ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ ਲੈ ਕੇ ਹਾਜ਼ਰ ਪ੍ਰੋਗਰਾਮ ਬੈਠਕ ਪ੍ਰੋਗਰਾਮ ਦੇ ਵਿੱਚ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਡਿਪਰੈਸ਼ਨ, ਖਾਸ ਤੌਰ ਤੇ ਔਰਤਾਂ ਦੇ ਵਿੱਚ ਡਿਪਰੈਸ਼ਨ, ਕਿਉਂਕਿ ਬਹੁਤ ਸਾਰੇ ਕੇਸਿਸ ਇੱਦਾਂ ਸਾਹਮਣੇ ਆਉਂਦੇ ਨੇ ਕਿ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਦੀਆਂ ਹੋਈਆਂ ਔਰਤਾਂ ਜਿਹੜੀਆਂ ਨੇ, ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੀਆਂ ਹੋਈਆਂ ਔਰਤਾਂ ਹਰ ਮੈਦਾਨ ਫਤਿਹ ਕਰਦੀਆਂ ਨੇ, ਪਰ ਕੁਝ ਔਰਤਾਂ ਡਿਪਰੈਸ਼ਨ ਦੇ ਹੇਠ ਦਬੀਆਂ ਜਾਂਦੀਆਂ ਨੇ। ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਪਹੁੰਚੇ ਨੇ ਚਰਨ ਕੰਵਲ ਜੀ, ਜੋ ਕਿ ਐਂਟਰਪ੍ਰੈਨਿਓਰ ਵੀ ਨੇ ਔਰ ਮੋਟੀਵੇਸ਼ਨਲ ਸਪੀਕਰ ਵੀ ਨੇ। ਬਹੁਤ ਸਾਰੀਆਂ ਇੱਦਾਂ ਦੀਆਂ ਔਰਤਾਂ ਨੂੰ ਬਾਹਰ ਕੱਢ ਚੁੱਕੇ ਨੇ ਡਿਪਰੈਸ਼ਨ ਚੋਂ, ਜਿਨ੍ਹਾਂ ਨੇ ਇੱਕ ਪਲ ਲਈ ਤਾਂ ਇਹ ਮੰਨ ਲਿਆ ਸੀ ਕਿ ਸ਼ਾਇਦ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਹੈ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਡਿਪਰੈਸ਼ਨ, ਹਰ ਬੰਦਾ ਡਿਪਰੈਸ਼ਨ ਦੀ ਆਪਣੀ ਪਰਿਭਾਸ਼ਾ ਦਿੰਦਾ ਹੈ। ਕਿਸੇ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਣੀ ਡਿਪਰੈਸ਼ਨ ਹੈ, ਕਈਆਂ ਨੂੰ ਲੱਗਦਾ ਹੈ ਕਿ ਬਹੁਤ ਵੱਡਾ ਮਾਨਸਿਕ ਰੋਗ ਹੈ। ਤੇ ਚਰਨ ਕਮਲ ਹੁਣਾਂ ਦੀ ਪਰਿਭਾਸ਼ਾ ਦੇ ਵਿੱਚ ਡਿਪਰੈਸ਼ਨ ਕੀ ਹੈ? ਦੇਖੋ, ਡਿਪਰੈਸ਼ਨ ਜਿਹੜਾ ਹੈ ਮੇਨ ਇੱਕ ਕਨਸਟੈਂਟ ਜਿਹੜੀ ਫੀਲਿੰਗ ਹੈ ਸਾਡੀ, ਸੈਡਨੈਸ। ਮਤਲਬ ਕੋਈ ਵੀ ਸਿਚੁਏਸ਼ਨ ਜਦੋਂ ਲਾਈਫ 'ਚ ਆਉਂਦੀ ਹੈ ਕਿਸੇ ਦੇ, ਉਦੋਂ ਉਹਦੀ ਜਿਹੜੀ ਡਿਪਰੈਸ ਹੋ ਜਾਂਦਾ ਹੈ ਬੰਦਾ। ਉਹਨੂੰ ਆਪਾਂ ਇੱਕ ਤਰ੍ਹਾਂ ਕਹਿ ਦਿੰਦੇ ਕਿ ਜਦੋਂ ਉਹ ਫੀਅਰ ਕ੍ਰੀਏਟ ਕਰਦਾ, ਐਂਗਜ਼ਾਈਟੀ, ਮਤਲਬ ਚਿੰਤਾ, ਡਰ ਉਹਨੂੰ ਲੱਗਦਾ ਹੈ ਜਦੋਂ ਕੋਈ ਸਿਚੁਏਸ਼ਨ ਨੂੰ ਛੋਟੀ ਛੋਟੀ ਵੀ ਫੇਸ ਕਰਨੀ ਹੈ। ਅੱਜ ਅਗਰ ਆਪਾਂ ਦੇਖੀਏ ਮੈਜੋਰਿਟੀ, ਅਗਰ ਆਪਾਂ ਦੇਖੀਏ ਕਿ WHO ਜਿਹੜਾ ਹੈ, ਹੈਲਥ ਆਰਗੇਨਾਈਜੇਸ਼ਨ ਜਿਹੜੀ ਵਰਲਡ ਦੀ ਹੈ, ਉਹਨਾਂ ਦੇ ਅਗਰ ਡਾਟਾ ਨੂੰ ਆਪਾਂ ਸਟੱਡੀ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਹਰ 4 ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਹੈ ਸਿੰਪਟਮ ਹੈ ਡਿਪਰੈਸ਼ਨ ਦਾ। ਔਰ ਉਹਦੇ ਵਿੱਚ ਮੈਜੋਰਿਟੀ ਜਿਹੜੀਆਂ ਨੇ ਉਹ ਵੂਮੈਨਸ ਨੇ, ਲੇਡੀਜ਼ ਨੂੰ ਜ਼ਿਆਦਾ ਹੈ। ਔਰ ਇਹਦਾ ਮਤਲਬ ਕੀ ਹੈ ਕਿ ਹਰ ਪਰਿਵਾਰ ਦੇ ਵਿੱਚ ਇੱਕ ਇਨਸਾਨ ਨੂੰ, ਅਗਰ 4 ਦੇ ਪਿੱਛੇ ਇੱਕ ਇਨਸਾਨ ਦੇ ਵਿੱਚ ਸਿੰਪਟਮ ਨੇ, ਇਹਦਾ ਮਤਲਬ ਹਰ ਫੈਮਿਲੀ ਦੇ ਵਿੱਚ ਇੱਕ ਇਨਸਾਨ ਜਿਹੜਾ ਹੈ ਉਹ ਇਸ ਡਿਪਰੈਸ਼ਨ ਦੇ ਵਿੱਚ, ਉਹਨੂੰ ਇਹ ਇਲਨੈਸ ਹੈ, ਇਹਨੂੰ ਮੈਂਟਲ ਇਲਨੈਸ ਵੀ ਆਪਾਂ ਕਹਿ ਸਕਦੇ ਹਾਂ ਜੀ। ਔਰ ਇਹਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ, ਅੱਜ ਅਗਰ ਆਪਾਂ ਦੇਖੀਏ ਪੂਰੀ ਦੁਨੀਆ ਦੇ ਅੰਦਰ, ਇਸ ਤੋਂ ਇੰਨੀ ਤੇਜ਼ੀ ਨਾਲ ਇਲਨੈਸ ਵੱਧ ਰਹੀ ਹੈ ਕਿ 8 ਲੱਖ ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਉਹ ਸੁਸਾਈਡ ਕਰ ਰਹੇ ਨੇ ਹਰ ਸਾਲ। ਔਰ 26 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਇਹ ਹੁਣ ਤੱਕ ਬਿਮਾਰੀ ਜਿਹੜੀ ਹੈ, ਮੈਂਟਲ ਇਲਨੈਸ ਜਿਹੜੀ ਹੈ, ਹੋ ਚੁੱਕੀ ਹੈ। ਮਤਲਬ ਇੰਨਾ ਇਹ ਡੇਂਜਰਸ ਹੈ, ਸੈਕਿੰਡ ਕਿਲਰ ਹੈ ਦੁਨੀਆ ਦੇ ਵਿੱਚ। ਇਸ ਕਰਕੇ ਇਹਦਾ ਆਪਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਕਚੁਅਲੀ ਇਹ ਹੈ ਕੀ ਹੈ, ਕਿਉਂਕਿ ਇਸ ਟਾਈਮ ਪੂਰੀ ਦੁਨੀਆ ਦੇ ਅੰਦਰ ਇੱਦਾਂ ਦਾ ਮਾਹੌਲ ਹੈ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਇਹ ਸਿੰਪਟਮ ਨੇ। ਇਹ ਬਹੁਤ ਵੱਡਾ ਰੀਜ਼ਨ ਹੈ। ਸਿੰਪਟਮਸ ਕੀ ਹੁੰਦੇ ਆ ਇਹਦੇ? ਸਿੰਪਟਮ ਦਾ ਮਤਲਬ ਇਹੀ ਹੈ ਕਿ ਜਦੋਂ ਕੋਈ ਵੀ ਚੀਜ਼ ਸਾਡੇ ਸਾਹਮਣੇ ਆਉਂਦੀ, ਮੰਨ ਲਓ ਕਿ ਤੁਸੀਂ ਕਿਤੇ ਫੇਲ ਹੋ ਜਾਂਦਾ ਹੈ ਕੋਈ ਸਟੂਡੈਂਟ, ਉਹਦਾ ਮਤਲਬ ਕੀ ਹੈ ਕਿ ਉਹ ਡਿਪਰੈਸ ਹੋ ਜਾਂਦਾ ਹੈ। ਇੱਕ ਡਿਪਰੈਸ ਜਿਹੜਾ ਹੋ ਜਾਂਦਾ ਹੈ, ਉਹਦੇ ਅੰਦਰ ਬਹੁਤ ਜ਼ਿਆਦਾ ਫੀਅਰ ਆ ਜਾਂਦਾ ਹੈ, ਬਹੁਤ ਜ਼ਿਆਦਾ ਉਹ ਚਿੰਤਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਦੇ ਮਾਈਂਡ ਦੇ ਵਿੱਚ ਇੱਦਾਂ ਦੀ ਥਿੰਕਿੰਗ ਚੱਲਦੀ ਹੈ ਕਿ ਉਹ ਬਸ ਉਹਨੂੰ ਲੱਗਦਾ ਹੈ ਕਿ ਹੁਣ ਕੁਝ ਨਹੀਂ ਹੈ ਉਹਦੇ ਲਈ ਦੁਨੀਆ ਦੇ ਵਿੱਚ। ਇਸ ਲਈ ਇਸ ਨੂੰ ਅੱਗੇ ਜਦੋਂ ਚੱਲਦਾ ਹੈ ਤੇ ਬਹੁਤ ਤਰੀਕੇ ਦੇ ਨਾਲ, ਸਪੋਜ਼ ਅਗਰ ਆਪਾਂ ਉਹਨੂੰ ਇਸ ਤਰੀਕੇ ਨੂੰ, ਡਿਪਰੈਸ਼ਨ ਨੂੰ ਅਗਰ ਆਪਾਂ ਸਿੰਪਲ ਸ਼ਬਦਾਂ 'ਚ ਗੱਲ ਕਰੀਏ ਤੇ ਇਮੋਸ਼ਨਲ ਹੈਲਥ ਜਿਹੜੀ ਸਾਡੀ ਹੈ ਉਹ ਬਹੁਤ ਜ਼ਿਆਦਾ ਵੀਕ ਹੈ। ਇਹਦਾ ਮਤਲਬ ਇਹ ਹੈ। ਇਮੋਸ਼ਨਲ ਹੈਲਥ ਕੀ ਹੈ ਸਾਡੀ? ਜਿੱਦਾਂ ਫਿਜ਼ੀਕਲ ਹੈਲਥ ਹੈ, ਆਪਾਂ ਦੇਖਦੇ ਇਹਨੂੰ ਚੈੱਕ ਕਰਨਾ ਹੋਏ ਸਟੈਮਿਨਾ ਨੂੰ, ਆਪਾਂ ਦੇਖਦੇ ਕਿ 3 ਫਲੋਰ ਕੋਈ ਚੜ੍ਹਦਾ ਹੈ, ਉਹਨੂੰ ਸਾਹ ਚੜ੍ਹਦਾ ਕਿ ਨਹੀਂ ਚੜ੍ਹਦਾ, ਕਿ ਉਹਦਾ ਸਟੈਮਿਨਾ ਕੀ ਹੈ। ਇੱਦਾਂ ਹੀ ਜਿਹੜੀ ਸਾਡੀ ਮੈਂਟਲ ਹੈਲਥ ਹੈ, ਇਮੋਸ਼ਨਲ ਹੈਲਥ ਹੈ, ਇਹ ਉਦੋਂ ਸਾਨੂੰ ਸਿੰਪਟਮ ਇਹਦਾ ਪਤਾ ਲੱਗਦਾ ਹੈ ਜਦੋਂ ਤੁਸੀਂ ਕੋਈ ਵੀ ਸਿਚੁਏਸ਼ਨ ਤੁਹਾਡੇ ਸਾਹਮਣੇ ਆਉਂਦੀ ਹੈ, ਤੁਹਾਨੂੰ ਐਂਗਰ ਹੁੰਦਾ ਹੈ, ਸਾਨੂੰ ਲੱਗਦਾ ਹੈ ਤਾਂ ਛੋਟਾ ਚੀਜ਼ਾਂ ਨੇ। ਸਪੋਜ਼ ਇੱਕ ਬੰਦੇ ਦੇ ਪੈਰ ਦੇ ਵਿੱਚ ਦਰਦ ਹੈ, ਉਹ ਉਹਦੇ ਨਾਲ ਚੱਲਣਾ ਸਿੱਖ ਲੈਂਦਾ ਹੈ, ਲੇਕਿਨ ਅਗਰ ਉਹਨੂੰ ਇੱਕ ਦਿਨ ਦੌੜਨਾ ਪੈ ਜਾਏ ਤਾਂ ਉਹ ਦੌੜ ਨਹੀਂ ਸਕੇਗਾ। ਜਿਸ ਤਰ੍ਹਾਂ ਹੁਣ ਇਸ ਗਲੋਬਲ ਸਿਚੁਏਸ਼ਨ ਆਈ ਹੈ ਕਰੋਨਾ ਦੀ, ਇਹ ਸਾਰਿਆਂ ਦੇ ਸਾਹਮਣੇ ਇੱਕੋ ਟਾਈਮ 'ਤੇ ਆ ਗਈ ਹੈ। ਇਹਦੇ ਵਿੱਚ ਮੈਜੋਰਿਟੀ ਲੋਕਾਂ ਨੇ ਫੀਅਰ ਕ੍ਰੀਏਟ ਕੀਤਾ ਹੈ ਔਰ ਐਂਗਜ਼ਾਈਟੀ ਕ੍ਰੀਏਟ ਕੀਤੀ ਹੈ, ਔਰ ਬਹੁਤ ਜ਼ਿਆਦਾ ਡਿਪਰੈਸ਼ਨ ਜਿਹੜਾ ਹੈ ਉਹ ਵੱਧ ਰਿਹਾ ਹੈ ਲੋਕਾਂ ਦੇ ਵਿੱਚ। ਇਹਦਾ ਮਤਲਬ ਕੀ ਹੈ? ਅਗਰ ਜਦੋਂ ਉਹ ਪੇਨ ਹੋ ਰਹੀ ਸੀ, ਅਗਰ ਆਪਾਂ ਉਦੋਂ ਹੀ ਉਹਨੂੰ ਠੀਕ ਕਰ ਲੈਂਦੇ ਤੇ ਫਿਰ ਜਿਹੜਾ ਹੈ ਸਾਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ, ਅਸੀਂ ਆਪਣੇ ਆਪ ਉਹਨੂੰ ਕਵਰ ਕਰ ਸਕਦੇ ਸੀ। ਮੇਨ ਚੀਜ਼ ਇਹ ਹੈ ਕਿ ਜਦੋਂ ਕੋਈ ਵੀ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ, ਸਾਡੇ ਅੰਦਰ ਡਰ ਔਰ ਜਿਹੜੀ ਇਹ ਚੀਜ਼ਾਂ ਨੇ ਇਹ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਮੇਨ ਸਿੰਪਟਮ ਨੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਇਹ ਸਿੰਪਟਮ ਆਉਣੇ ਸ਼ੁਰੂ ਹੋ ਗਏ ਨੇ। ਜਿਹੜੇ ਬੰਦੇ ਦੇ ਅੰਦਰ ਸਿੰਪਟਮ ਆਉਣੇ ਸ਼ੁਰੂ ਹੁੰਦੇ ਨੇ ਡਿਪਰੈਸ਼ਨ ਦੇ, ਹਨਾ, ਤੇ ਮਤਲਬ ਉਹਦਾ ਹਾਵ ਭਾਵ ਬਦਲ ਜਾਂਦੇ ਨੇ, ਉਹਦਾ ਗੱਲ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਕਿ ਉਹ ਖਿਜਿਆ ਰਹਿੰਦਾ ਆ। ਪਰਿਵਾਰਕ ਮੈਂਬਰਾਂ ਨੂੰ ਕਿੱਦਾਂ ਪਤਾ ਲੱਗੇ ਕਿ ਸਾਡਾ ਬੰਦਾ ਹੁਣ ਡਿਪਰੈਸ਼ਨ 'ਚ ਜਾਣ ਲੱਗ ਗਿਆ? ਉਹਦਾ
ਸਿੰਪਲ ਆਪਾਂ ਉਹਨੂੰ ਦੇਖ ਸਕਦੇ ਹਾਂ ਕਿ ਜਦੋਂ ਉਹਨੂੰ ਹਰ ਚੀਜ਼ ਨਾਰਮਲ ਲੱਗੇਗੀ, ਜਿਹੜੀ ਅਨਕੰਫਰਟੇਬਲ ਜਿਹੜੇ ਇਮੋਸ਼ਨਸ ਨੇ ਉਹਨੂੰ ਨਾਰਮਲ ਲੱਗਣਗੇ, ਡਿਸਟਰਕਟਿਵ ਹੈਬਿਟਸ ਉਹਦੀਆਂ ਬਣ ਜਾਣੀਆਂ। ਅਨਕੰਫਰਟੇਬਲ ਇਮੋਸ਼ਨਸ ਆਪਾਂ ਕਿਹਨੂੰ ਕਹੀਦਾ ਹੈ, ਉਹਨੂੰ ਲੱਗਦਾ ਹੈ ਕਿ ਸਪੋਜ਼ ਅਗਰ ਆਪਾਂ ਆਪਣਾ ਚੈੱਕ ਕਰਨਾ ਹੈ ਕਿ ਕਿਸੇ ਨੂੰ ਹੈ ਕਿ ਨਹੀਂ ਹੈ, ਉਹਦਾ ਸਭ ਤੋਂ ਸਿੰਪਲ ਤਰੀਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਗ੍ਰੇਡ ਦਿਓ ਇਮੋਸ਼ਨਲ ਹੈਲਥ ਨੂੰ। ਜਿੱਦਾਂ 1 ਤੋਂ ਲੈ ਕੇ 10 ਦੇ ਵਿੱਚ ਕੀ ਗ੍ਰੇਡ ਹੈ, ਅਗਰ ਤੁਸੀਂ 10 ਗ੍ਰੇਡ ਦਿੰਦੇ ਹੋ, 9 ਦਿੰਦੇ ਹੋ, 8 ਦਿੰਦੇ ਹੋ, ਐਵਰੇਜ ਦਿੰਦੇ ਹੋ ਜਾਂ ਲੋ ਦਿੰਦੇ ਹੋ। ਜ਼ਿਆਦਾਤਰ ਲੋਕ ਐਵਰੇਜ ਹੈਲਥ ਨਾਲ ਚੱਲ ਰਹੇ ਨੇ। ਐਵਰੇਜ ਹੈਲਥ ਜਿਹੜੀ ਹੈ, ਜਦੋਂ ਬਹੁਤ ਛੋਟੀ ਛੋਟੀ ਸਿਚੁਏਸ਼ਨ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਐਂਗਰ, ਉਹਨਾਂ ਨੂੰ ਲੱਗਦਾ ਇਹ ਚੀਜ਼ਾਂ ਤਾਂ ਨਾਰਮਲ ਨੇ, ਗੁੱਸਾ ਆਣਾ ਜਾਂ ਇਹ ਛੋਟੀ ਛੋਟੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਇਹ ਕੁਛ ਨਹੀਂ ਹੈ। ਲੇਕਿਨ ਥੋੜ੍ਹੇ ਟਾਈਮ ਤੋਂ ਬਾਅਦ ਉਹੀ ਉਹਨਾਂ ਦਾ ਇੱਕ ਤਰੀਕੇ ਦੇ ਨਾਲ ਜਿਹੜਾ ਮਾਈਂਡ ਹੈ, ਉਹਨਾਂ ਦਾ ਜਿਹੜਾ ਥਿੰਕਿੰਗ ਪੈਟਰਨ ਹੈ, ਉਹ ਉੱਦਾਂ ਦਾ ਹੀ ਬਣ ਜਾਂਦਾ ਹੈ। ਹੌਲੀ ਹੌਲੀ ਐਕਚੁਅਲ ਦੇ ਵਿੱਚ ਕੀ ਹੈ, ਜਿਹਨੂੰ ਆਪਾਂ ਇੰਟੈਲੈਕਟ ਕਹੀਦਾ ਹੈ, ਮਤਲਬ ਜਿਹਨੂੰ ਆਪਾਂ ਕਹੀਦਾ ਵਿਵੇਕ, ਵਿਵੇਕ ਜਿਹੜਾ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੁਹਾਡਾ, ਔਰ ਤੁਸੀਂ ਉਹਨੂੰ ਕਹਿ ਦਿੰਦਾ ਹੈ ਕਿ ਉਹ ਪਾਗਲ ਦੀ ਤਰ੍ਹਾਂ ਹਰਕਤਾਂ ਕਰਦਾ ਆ। ਕੁਝ ਲੋਕ ਖੁਦ ਵੀ ਕਹਿ ਦਿੰਦੇ ਨੇ ਕਿ ਮੈਂ ਥੋੜ੍ਹੇ ਦੇਰ ਲਈ ਪਾਗਲਾਂ ਵਾਂਗੂ, ਮੈਨੂੰ ਸਮਝ ਨਹੀਂ ਆਈ ਕਿ ਕੀ ਕਰਨਾ ਸੀ, ਉਹ ਬਹੁਤ ਜ਼ਿਆਦਾ ਰਿਐਕਟ ਕਰ ਦਿੰਦੇ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ, ਇਹ ਤੋਂ ਸਾਨੂੰ ਸਮਝ ਆ ਜਾਂਦੀ ਹੈ ਕਿ ਇਹਦੀ ਜਿਹੜੀ ਹੈਲਥ ਹੈ, ਇਮੋਸ਼ਨਲ ਹੈਲਥ ਜਿਹੜੀ ਹੈ, ਉਹ ਬਹੁਤ ਡਾਊਨ ਜਾ ਰਹੀ ਹੈ, ਉਹ ਠੀਕ ਨਹੀਂ ਹੈ। ਇਹ ਗੱਲ ਕੀਤੀ ਸੀ ਤੁਸੀਂ ਵੀ ਸਟਾਰਟਿੰਗ ਦੇ ਵਿੱਚ, ਆਪਣਾ ਅੱਜ ਦਾ ਵਿਸ਼ਾ ਵੀ ਇਹੀ ਹੈ ਕਿ ਔਰਤਾਂ ਦੇ ਵਿੱਚ ਡਿਪਰੈਸ਼ਨ, ਔਰ ਤੁਸੀਂ ਕਿਹਾ ਹੁੰਦਾ ਵੀ ਔਰਤਾਂ ਨੂੰ ਜ਼ਿਆਦਾ। ਕੀ ਕਾਰਨ ਮੰਨਦੇ ਹੋ ਕਿ ਔਰਤਾਂ ਨੂੰ ਇੰਨਾ ਡਿਪਰੈਸ਼ਨ ਕਿਉਂ ਹੁੰਦਾ? ਉਹਦਾ ਸਿੰਪਲ ਰੀਜ਼ਨ ਇਹ ਹੈ ਕਿ ਜਿਹੜੀ ਅੱਜ ਅਸੀਂ ਜਿਹੜੀ ਇਨਫੋਰਮੇਸ਼ਨ ਕੰਜ਼ਿਊਮ ਕਰਦੇ ਹਾਂ ਉਹ ਟੌਕਸਿਕ ਹੈ। ਟੌਕਸਿਕ ਦਾ ਮਤਲਬ ਕੀ ਹੈ ਕਿ ਕੋਈ ਵੀ ਅੱਜ ਆਪਾਂ ਜੋ ਵੀ ਜਿਹੜਾ ਸਾਡਾ ਥਿੰਕਿੰਗ ਪੈਟਰਨ ਹੈ ਉਹ ਕਿੱਦਾਂ ਚੱਲਦਾ ਹੈ, ਕਿੱਦਾਂ ਕੰਮ ਕਰਦਾ ਹੈ। ਦੇਖੋ ਅੱਜ ਇੱਕ ਕਲਿੱਕ ਦੇ ਨਾਲ 24/7 ਸਾਰੀ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ, ਲੇਕਿਨ ਉਹ ਆਊਟਰ ਵਰਲਡ ਦੀ ਮਿਲਦੀ, ਸਾਡੇ ਅੰਦਰ ਕੀ ਚੱਲ ਰਿਹਾ ਹੈ। ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਕਿੱਦਾਂ ਹੋ, ਲੇਕਿਨ ਕਦੀ ਅਸੀਂ ਆਪਣੇ ਆਪ ਨਾਲ ਟਾਕ ਨਹੀਂ ਕੀਤਾ ਹੈ ਕਿ ਅੰਦਰ ਸਾਡਾ ਸਿਸਟਮ ਕਿੱਦਾਂ ਦਾ ਹੈ। ਅੱਜ ਅਗਰ ਤੁਸੀਂ ਦੇਖੋ ਬਾਡੀ ਦੇ ਵਿੱਚ ਕੋਈ ਛੋਟੀ ਜਿਹੀ ਬਿਮਾਰੀ ਵੀ ਆਉਂਦੀ, ਸਾਨੂੰ ਪੇਨ ਹੁੰਦਾ ਹੈ, ਲੇਕਿਨ ਜਦੋਂ ਸਾਡੇ ਮਾਈਂਡ ਦੇ ਵਿੱਚ ਕੋਈ ਬਿਮਾਰੀ ਆਉਂਦੀ ਹੈ, ਇਲਨੈਸ ਜਿਹਨੂੰ ਆਪਾਂ ਡਿਪਰੈਸ਼ਨ ਕਹੀਦਾ ਹੈ, ਉਹ ਬਹੁਤ ਜ਼ਿਆਦਾ ਬਾਡੀ ਤੋਂ ਪੇਨਫੁਲ ਹੁੰਦਾ ਹੈ, ਕਿਉਂਕਿ ਉਹਦੇ ਵਿੱਚ ਤੁਸੀਂ ਬਾਰ-ਬਾਰ ਸਾਡਾ ਜਿਹੜਾ ਮਾਈਂਡ ਹੈ ਉਹ ਰੋਂਦਾ ਹੈ। ਕਿਸ ਤਰੀਕੇ ਦੇ ਨਾਲ ਆਪਾਂ ਸਿੰਪਲ ਦੇਖੀਏ, ਤੁਸੀਂ ਪੁੱਛਿਆ ਕਿ ਇਹਦਾ ਕਾਜ਼ ਕੀ ਹੈ। ਮੇਨ ਕਾਜ਼ ਇਹਦਾ ਇਹੀ ਹੈ, ਜਿਹੜੀ ਚੀਜ਼ ਅਸੀਂ ਰੀਡ ਕਰਦੇ ਹਾਂ, ਜਿਹੜੀ ਕਰਦੇ ਹਾਂ, ਉਹ ਸਪੋਜ਼ ਕਿਸੇ ਨੇ ਮੈਸੇਜ ਕ੍ਰੀਏਟ ਕੀਤਾ WhatsApp ਦੇ ਉੱਪਰ ਔਰ ਸਾਨੂੰ ਸੈਂਡ ਕੀਤਾ, ਲੇਕਿਨ ਉਹ ਜਿਹੜਾ ਮੈਸੇਜ ਸੀਗਾ ਉਹ ਟੌਕਸਿਕ ਇਨਫੋਰਮੇਸ਼ਨ ਦਾ ਸੀ। ਅਸੀਂ ਕੀ ਕੀਤਾ, ਉਹਨੂੰ ਅੱਗੇ ਸਪਰੈਡ ਕਰਤਾ, ਪੂਰੀ ਦੁਨੀਆ 'ਚ ਸਪਰੈਡ ਹੋ ਗਿਆ। ਉਹਦੇ ਨਾਲ ਕੀ ਹੈ, ਜੋ ਤੁਸੀਂ ਪੜ੍ਹਿਆ ਹੈ ਉਹ ਮੈਸੇਜ, ਉਹਦੇ ਨਾਲ ਤੁਹਾਡਾ ਮਾਈਂਡ ਵੀ ਬਿਮਾਰ ਹੋਇਆ। ਤੁਸੀਂ ਜਿੰਨੇ ਲੋਕਾਂ ਨੂੰ ਸੈਂਡ ਕੀਤਾ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਤੁਸੀਂ ਬਿਮਾਰੀ ਸੈਂਡ ਕਰ ਦਿੱਤੀ। ਅਗਰ ਇੱਦਾਂ ਦੀ ਟੌਕਸਿਕ ਇਨਫੋਰਮੇਸ਼ਨ ਅਗਰ ਆਪਾਂ ਨਾ ਲਈਏ, ਕਹਿਣੇ ਦਾ ਮਤਲਬ ਕੀ ਹੈ ਕਿ ਫਸਟ ਲਾਈਨ ਪੜ੍ਹਾਂਗੇ, ਸਾਨੂੰ ਸਮਝ ਆ ਜਾਏਗਾ ਕਿ ਇਹ ਕਿੱਦਾਂ ਦੀ ਇਨਫੋਰਮੇਸ਼ਨ ਹੈ। ਤੁਸੀਂ ਉਹਨੂੰ ਅਗਰ ਫਾਰਵਰਡ ਨਹੀਂ ਕਰਦੇ ਤੇ ਉਹ ਬਣਾਉਣੇ ਵਾਲੇ ਉਹਨੂੰ ਬਣਾਉਣਾ ਬੰਦ ਕਰ ਦੇਣਗੇ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈ ਉਹ ਵੈਰੀ ਪਾਵਰਫੁਲ ਟੂਲ ਹੈ ਅਗਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰੀਏ। ਅਗਰ ਆਪਾਂ ਗਲਤ ਤਰੀਕੇ ਨਾਲ ਉਹਨੂੰ ਯੂਜ਼ ਕਰਾਂਗੇ, ਸਾਡੀ ਇਮੋਸ਼ਨਲ ਹੈਲਥ ਵੀ ਔਰ ਮੈਂਟਲ ਹੈਲਥ ਵੀ ਇਫੈਕਟ ਹੋਏਗੀ। ਇਸੇ ਤਰ੍ਹਾਂ ਫੇਸਬੁੱਕ ਹੈ, ਅੱਜ ਕੋਈ ਵੀ ਆਪਾਂ ਸੋਚੀਦਾ ਹੈ ਕਿ ਮੈਨੂੰ 5 ਲਾਈਕ ਮਿਲੇ ਨੇ ਮੇਰੀ ਪੋਸਟ ਨੂੰ, ਮਤਲਬ ਇਹ ਸਾਰੀਆਂ ਚੀਜ਼ਾਂ ਔਰਤਾਂ ਦੇ ਉੱਤੇ ਲਾਗੂ ਹੁੰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੇ। ਹੁਣ ਤੁਸੀਂ ਦੇਖੋ ਕਿ ਪਹਿਲਾਂ ਅਪਰੂਵਲ ਜਿਹੜਾ ਸੀਗਾ ਆਪਾਂ ਨੀਅਰ ਡੀਅਰ ਤੋਂ ਮੰਗਦੇ ਸੀ ਕਿ ਅਸੀਂ ਠੀਕ ਹੈ ਕਿ ਨਹੀਂ ਠੀਕ ਹੈ। ਅੱਜ ਸਾਨੂੰ ਅਪਰੂਵਲ ਆਨਲਾਈਨ ਚਾਹੀਦਾ ਹੈ। ਅਗਰ ਸਾਨੂੰ ਇਹ ਸਾਰੀਆਂ ਚੀਜ਼ਾਂ, ਚਾਹੇ ਆਨਲਾਈਨ ਡਿਪਰੈਸ਼ਨ ਹੈ ਜਾਂ ਕੋਈ ਵੀ ਹੈ, ਇਹ ਸਾਰੀਆਂ ਚੀਜ਼ਾਂ ਔਰਤਾਂ ਦੇ ਵਿੱਚ ਵੀ ਇਹ ਕਾਰਨ ਬਣ ਰਹੀਆਂ ਨੇ, ਕਿਉਂਕਿ ਉਹ ਜ਼ਿਆਦਾ ਫੋਨ ਤੇ ਦੇਖਦੀਆਂ ਨੇ। ਤੇ ਜਦੋਂ ਹੁਣ ਔਰਤਾਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਸਵਾਲ ਬੜਾ ਸਿੱਧਾ ਤੇ ਸਪਸ਼ਟ ਹੁੰਦਾ ਹੈ, ਘਰੇਲੂ ਔਰਤਾਂ ਦੇ ਵਿੱਚ ਡਿਪਰੈਸ਼ਨ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜਾਂ ਕੰਮਕਾਜੀ ਔਰਤਾਂ ਦੇ ਵਿੱਚ? ਦੇਖੋ ਮੋਸਟਲੀ ਜਿੰਨੇ ਟੋਟਲ ਕੇਸਿਸ ਮੈਂ ਤੁਹਾਨੂੰ ਦੱਸਿਆ ਹੈ ਉਹਦੇ ਵਿੱਚ ਮੈਜੋਰਿਟੀ ਤੇ ਔਰਤਾਂ ਨੂੰ ਹੀ ਇਹ ਪ੍ਰੋਬਲਮ ਹੈ। ਅਗਰ ਆਪਾਂ ਘਰੇਲੂ ਔਰਤਾਂ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਕੀ ਅੱਜ ਚਿੰਤਾ ਹੈ, ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਾ ਹੈ। ਉਹਦੇ ਵਿੱਚ ਸਿੰਪਲ ਆਪਾਂ ਨੂੰ ਸਮਝਣਾ ਪਏਗਾ ਕਿ ਚਿੰਤਾ ਨਹੀਂ ਕਰਨੀ ਹੈ, ਕੇਅਰ ਕਰਨੀ ਹੈ ਬੱਚਿਆਂ ਦੀ। ਅੱਜ ਜਿਹੜਾ ਟਾਈਮ ਹੈ, ਜਿਹੜੀ ਸਿਚੁਏਸ਼ਨਸ ਨੇ, ਉਹਦੇ ਵਿੱਚ ਅਸੀਂ ਕਿੱਦਾਂ ਉਹਨੂੰ ਕਰਨਾ ਹੈ, ਕਿੱਦਾਂ ਸਾਡੇ ਮਾਈਂਡ ਨੇ ਸੋਚਣਾ ਹੈ। ਅਸੀਂ ਆਪਣਾ ਮਾਈਂਡ ਜਿਹੜਾ ਹੈ ਉਹਨੂੰ ਇੰਪਾਵਰ ਨਹੀਂ ਕਰ ਰਹੇ। ਅੱਜ ਉਹਦੀ ਨੈਸੈਸਿਟੀ ਹੈ, ਉਹ ਆਪਸ਼ਨਲ ਨਹੀਂ ਹੈ। ਅੱਜ ਸਾਨੂੰ ਆਪਣੇ ਮਾਈਂਡ ਨੂੰ ਉਹਦੀ ਚੰਗੇ ਤਰੀਕੇ ਨਾਲ ਉਹਦੀ ਕੇਅਰ ਕਰਨੀ ਪਏਗੀ। ਉਹਦਾ ਤਰੀਕਾ ਇੱਕੋ ਹੀ ਹੈ ਕਿ ਸਾਨੂੰ ਟੌਕਸਿਕ ਇਨਫੋਰਮੇਸ਼ਨ ਲੈਣੀ ਬੰਦ ਕਰਨੀ ਪਏਗੀ। ਠੀਕ ਹੈ ਨਾ, ਕਿ ਜੋ ਤੁਸੀਂ ਦੇਖਦੇ, ਪੜ੍ਹਦੇ ਔਰ ਸੁਣਦੇ ਹੋ, ਇਹਦੇ ਨਾਲ ਸਾਡੀ ਸੋਚ ਚੱਲਦੀ ਹੈ।
ਹੁਣ ਜਦੋਂ ਸੋਚ ਸਾਡੀ ਇਹ ਚੀਜ਼ਾਂ ਨਾਲ ਚੱਲੇਗੀ, ਜਦੋਂ ਅਸੀਂ ਇਹ ਦੇਖ ਹੀ ਇੱਦਾਂ ਦਾ ਕੰਟੈਂਟ ਰਹੇ ਹਾਂ ਤੇ ਉਹਦੇ ਨਾਲ ਆਟੋਮੈਟਿਕਲੀ ਪਹਿਲਾਂ ਇਨਫੋਰਮੇਸ਼ਨ ਸਾਡੇ ਅੰਦਰ ਜਾਂਦੀ ਹੈ, ਸਾਨੂੰ ਲੱਗਦਾ ਕਿ ਅਸੀਂ ਪੜ੍ਹ ਰਹੇ ਹਾਂ ਜਾਂ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂ, ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਉਹ ਸਾਡੇ ਮਾਈਂਡ ਦਾ ਹਿੱਸਾ ਬਣ ਗਈ ਹੈ। ਜਦੋਂ ਮਾਈਂਡ ਦਾ ਹਿੱਸਾ ਬਣਦੀ ਫਿਰ ਥਾਟਸ ਅੰਦਰ ਚੱਲਦੇ ਨੇ। ਥਾਟਸ ਜਿਹੜੀ ਹੈ ਦੁਨੀਆ ਦੀ ਬਹੁਤ ਵੱਡੀ, ਇਸ ਪਲੈਨਟ ਦੀ ਸਭ ਤੋਂ ਵੱਡੀ એનર્ਜੀ ਹੈ। ਔਰ ਉਸ ਤੋਂ ਬਾਅਦ ਜਦੋਂ ਉਹ ਥਾਟਸ ਚੱਲਦੇ ਨੇ, ਅੰਦਰ ਪ੍ਰੋਸੈਸ ਕਿੱਦਾਂ ਚੱਲਦਾ ਹੈ, ਇੰਟਰਨਲ ਜਿਹੜਾ ਵਰਲਡ ਹੈ, ਥਾਟਸ ਤੋਂ ਬਾਅਦ ਜਿਹੜਾ ਹੈ ਸਾਡੇ ਜਿੱਦਾਂ ਦੇ ਥਾਟਸ ਹੋਣਗੇ ਉੱਦਾਂ ਦੀ ਫੀਲ ਸਾਨੂੰ ਸ਼ੁਰੂ ਹੋਣਾ ਹੋ ਜਾਏਗਾ। ਤੁਸੀਂ ਦੇਖਿਆ ਹੋਵੇਗਾ ਜਦੋਂ ਸੈਡਨੈਸ ਤਾਂ ਹੀ ਫੀਲ ਹੋਏਗਾ ਜਦੋਂ ਅਸੀਂ ਇੱਦਾਂ ਦੀ ਇਨਫੋਰਮੇਸ਼ਨ ਦੇਖਦੇ ਹਾਂ, ਇੱਦਾਂ ਦੇ ਸੌਂਗਸ ਸੁਣਦੇ ਹਾਂ, ਇੱਦਾਂ ਦੀ ਐਕਟੀਵਿਟੀਜ਼ ਕਰਨੀ ਉਹ ਸ਼ੁਰੂ ਕਰ ਦੇਣਗੇ, ਉੱਦਾਂ ਦੀ ਫੀਲ ਹੋਣਾ ਸ਼ੁਰੂ ਹੋ ਜਾਏਗਾ। ਫਿਰ ਉੱਦਾਂ ਦਾ ਐਟੀਟਿਊਡ ਬਣੇਗਾ, ਜਿੱਦਾਂ ਦਾ ਐਟੀਟਿਊਡ ਹੋਏਗਾ ਉੱਦਾਂ ਦਾ ਹੀ ਉਹ ਐਕਸ਼ਨ ਕਰੇਗਾ ਬਾਹਰ, ਔਰ ਉੱਦਾਂ ਦੀਆਂ ਹੈਬਿਟਸ ਬਣਨਗੀਆਂ, ਉਸ ਤੋਂ ਬਾਅਦ ਪਰਸਨੈਲਿਟੀ ਬਣੇਗੀ, ਫਿਰ ਡੈਸਟਨੀ ਉੱਦਾਂ ਦੀ ਹੋਏਗੀ ਜੀ। ਇਹ ਇੱਕ ਪ੍ਰੋਸੈਸ ਸਾਡੇ ਅੰਦਰ ਚੱਲਦਾ ਹੈ। ਅਗਰ ਆਪਾਂ ਥਾਟ ਤੋਂ ਲੈ ਕੇ ਐਟੀਟਿਊਡ ਤੱਕ ਦੇਖੀਏ, ਇਹ ਇੰਟਰਨਲ ਵਰਲਡ ਦੇ ਅੰਦਰ ਸਾਡੇ ਕੰਮ ਚੱਲਦਾ ਹੈ। ਅਗਰ ਉਹ ਪ੍ਰੋਸੈਸ ਸਾਡੀ ਠੀਕ ਨਹੀਂ ਹੈ ਤੇ ਤੁਸੀਂ ਉਸ ਤਰੀਕੇ ਦੇ ਨਾਲ ਐਕਸ਼ਨ ਨੂੰ ਦੇਖੋਗੇ ਕਿ ਇਹ ਬੰਦਾ ਐਕਟੀਵਿਟੀ ਕੀ ਕਰ ਰਿਹਾ ਹੈ, ਇਹਦੇ ਫੇਸ 'ਤੇ ਸਮਾਈਲ ਨਹੀਂ ਹੈ ਜਾਂ ਇਹ ਬਿਲਕੁਲ ਹੀ ਸਟ੍ਰੈਸ ਦੇ ਵਿੱਚ ਹੈ। ਤੁਸੀਂ ਅੱਜ ਤੋਂ 25 ਸਾਲ ਪਹਿਲਾਂ ਚਲੋ, 25 ਸਾਲ ਪਹਿਲਾਂ ਕੀ ਸੀਗਾ, ਇੱਕ ਥੋੜੀ ਜਿਹੀ ਟੈਨਸ਼ਨ ਹੁੰਦੀ ਸੀ ਐਗਜ਼ਾਮ ਤੋਂ ਪਹਿਲਾਂ ਔਰ ਰਿਜ਼ਲਟ ਤੋਂ ਪਹਿਲਾਂ, ਬਸ ਇੰਨਾ ਹੀ ਆਪਾਂ ਸੁਣਦੇ ਸੀ। ਸਟ੍ਰੈਸ ਸ਼ਬਦ ਤਾਂ ਸਿਰਫ ਫਿਜ਼ਿਕਸ ਦੇ ਵਿੱਚ ਆਪਾਂ ਸੁਣਦੇ ਸੀ, ਲੇਕਿਨ ਜਿਹੜਾ ਡਿਪਰੈਸ਼ਨ ਸ਼ਬਦ ਹੈ ਉਸ ਤਾਂ ਪਤਾ ਵੀ ਨਹੀਂ ਸੀ 25 ਸਾਲ ਪਹਿਲਾਂ। ਲੋਕ ਕਹਿੰਦੇ ਕਿ ਤੁਸੀਂ ਓਲਡ ਫੈਸ਼ਨ, ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰੋਗੇ ਤਾਂ ਤੁਸੀਂ ਓਲਡ ਫੈਸ਼ਨ 'ਚ ਹੋ, ਲੇਕਿਨ ਓਲਡ ਫੈਸ਼ਨ ਜਾਂ ਨਿਊ ਫੈਸ਼ਨ ਦੀ ਗੱਲ ਨਹੀਂ ਹੈ। ਆਪਾਂ ਜਿਹੜਾ ਪੁਰਾਣਾ ਹੈ, ਪੁਰਾਣਾ ਓਲਡ ਫੈਸ਼ਨ ਉਹ 'ਚੋਂ ਬੈਸਟ ਲੈਣਾ ਹੈ ਔਰ ਨਵੇਂ ਜਿਹੜਾ ਫੈਸ਼ਨ ਉਹ 'ਚੋਂ ਵੀ ਬੈਸਟ ਲੈਣਾ ਹੈ। ਆਪਾਂ ਰਾਈਟ ਫੈਸ਼ਨ ਕ੍ਰੀਏਟ ਕਰਨਾ ਹੈ, ਫਿਰ ਹੀ ਅਸੀਂ ਇਸ ਚੀਜ਼ 'ਚੋਂ ਬਾਹਰ ਨਿਕਲ ਸਕਦੇ ਹਾਂ। ਨਹੀਂ ਤਾਂ ਅਸੀਂ ਹੋਰ ਬਹੁਤ ਸਾਰੇ ਡਾਕਟਰਸ ਕਹਿੰਦੇ ਨੇ ਕਿ ਜੋ ਤੁਹਾਡੇ ਮਾਈਂਡ 'ਚ ਗਲਤ ਆਂਦਾ ਹੈ ਉਹਨੂੰ ਤੁਸੀਂ ਕੱਢ ਦਿਓ। ਉਹ ਜਿੰਨਾ ਹੀ ਆਪਾਂ ਕੱਢੀ ਜਾ ਰਹੇ ਹਾਂ ਉਨਾ ਹੀ ਉਹ ਹੋਰ ਇਨਕਰੀਜ਼ ਹੋਈ ਜਾ ਰਿਹਾ, ਉਨਾ ਹੀ ਹੋਰ ਉਹ ਸਪਰੈਡ ਹੋ ਰਿਹਾ ਹੈ। ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਘਰੇਲੂ ਔਰਤਾਂ ਨੇ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਕਿ ਘਰੇਲੂ ਔਰਤਾਂ ਜਿਹੜੀਆਂ ਨੇ ਉਹਦੇ ਵਿੱਚ ਇਸੇ ਚੀਜ਼ ਦਾ ਹੈ, ਜਿਹੜਾ ਉਹਨਾਂ ਦੀ ਥਿੰਕਿੰਗ ਪੈਟਰਨ ਹੈ, ਜਿਹੜਾ ਉਹਨਾਂ ਦਾ ਮਾਈਂਡ ਦਾ ਸੈਟਅਪ ਹੈ, ਉਹ ਇੱਦਾਂ ਦਾ ਬਣ ਜਾਂਦਾ ਹੈ ਕਿ ਉਹ ਛੋਟੀ ਛੋਟੀ ਗੱਲਾਂ ਦੇ ਵਿੱਚ ਉਹਨਾਂ ਦੇ ਮਾਈਂਡ ਦੇ ਵਿੱਚ, ਜਿੱਦਾਂ ਮੈਂ ਐਗਜ਼ਾਮਪਲ ਲਈ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਸਕੂਲਸ ਬੰਦ ਨੇ, ਹਰ ਚੀਜ਼ ਪ੍ਰੋਪਰ ਖੁੱਲ੍ਹੀ ਨਹੀਂ ਹੈ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਐਂਗਜ਼ਾਈਟੀ ਆ ਜਾਂਦੀ ਹੈ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਚਿੰਤਾ ਆ ਜਾਂਦੀ ਹੈ ਔਰ ਫੀਅਰ ਆ ਜਾਂਦਾ ਹੈ ਕਿ ਹੁਣ ਹੋਏਗਾ ਕੀ ਇਸ ਦੁਨੀਆ ਦੇ ਵਿੱਚ। ਉਹ ਇਸੇ ਤਰ੍ਹਾਂ ਹੋਏਗਾ ਕਿਉਂਕਿ ਉਹਨਾਂ ਦੀ ਜਿਹੜੀ ਵਾਕਈ ਹੀ, ਚਾਹੇ ਉਹ ਵਰਕਿੰਗ ਵੂਮਨ ਨੇ, ਚਾਹੇ ਉਹ ਹਾਊਸ ਵਾਈਫ ਨੇ, ਮਤਲਬ ਬੱਚੇ ਵੀ ਸਕੂਲ ਨਹੀਂ ਜਾ ਰਹੇ, ਆ ਵੀ ਟੈਨਸ਼ਨ ਹੈ, ਘਰ ਵਾਲਾ ਵੀ ਘਰ ਬਹਿ ਗਿਆ, ਉਹ ਸਾਰਾ ਆਪਣੇ ਤੇ ਟੈਨਸ਼ਨ ਲੈ ਲੈਣੀ, ਉਹ ਜੌਬਸ ਨੂੰ ਲੈ ਕੇ ਟੈਨਸ਼ਨ ਹੈ, ਹਰ ਚੀਜ਼ ਦਾ ਜਿਹੜਾ ਉਹ ਕ੍ਰੀਏਟ ਹੈ, ਉਹ ਹੌਲੀ ਹੌਲੀ ਸਿੰਪਟਮਸ ਆ ਜਾਂਦੇ ਨੇ ਔਰ ਉਹਦਾ ਸਾਨੂੰ ਸਮਝ ਉਦੋਂ ਆਉਂਦੀ ਜਦੋਂ ਉਹ ਇੱਕ ਬਹੁਤ ਵੱਡਾ ਬਿਮਾਰੀ ਦਾ ਰੂਪ ਉਹ ਲੈ ਲੈਂਦੀ ਹੈ ਜੀ। ਇਸ ਕਰਕੇ ਮੋਸਟਲੀ ਅਗਰ ਆਪਾਂ ਦੇਖੀਏ ਤੇ ਮੈਜੋਰਿਟੀ ਜਿਹੜੀ ਇਸੇ ਲਈ ਔਰਤਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਉਹ ਆਪਣੇ ਜਿਹੜਾ ਮਾਈਂਡ ਹੈ ਉਹਦੀ ਉਹ ਪ੍ਰੋਪਰ ਤਰੀਕੇ ਨਾਲ ਟੇਕ ਕੇਅਰ ਨਹੀਂ ਕਰ ਪਾ ਰਹੇ ਜੀ। ਤੇ ਡਿਵੋਰਸ ਦੇ ਕੇਸਿਸ ਵੀ ਬਹੁਤ ਕੁੜੀਆਂ ਨੂੰ ਮੈਂਟਲੀ ਹਰਾਸ ਕਰਦੇ ਨੇ। ਹਾਂਜੀ, ਕੀ ਕਹੋਗੇ? ਡਿਵੋਰਸ ਦੇ ਕੇਸਿਸ ਜਿਹੜੇ ਨੇ ਉਹਦੇ ਵਿੱਚ ਵੀ ਸਿੰਪਲ, ਅਗਰ ਆਪਾਂ ਬਹੁਤ ਡੀਪਲੀ ਅਗਰ ਇਹਨੂੰ ਦੇਖੀਏ ਇਸ ਚੀਜ਼ ਨੂੰ, ਡਿਵੋਰਸ ਜਿਹੜਾ ਹੈ ਜਾਂ ਕੋਈ ਵੀ ਹੈ ਉਹਦੇ ਵਿੱਚ ਇਹੀ ਹੈ ਕਿ 2-4 ਹੈਬਿਟਸ ਜਿਹੜੀਆਂ ਨੇ ਉਹ ਸਾਡੀਆਂ ਮੈਚ ਨਹੀਂ ਕਰਦੀਆਂ ਇੱਕ ਦੂਸਰੇ ਦੇ ਨਾਲ, ਔਰ ਉਹ ਜਦੋਂ ਸਾਨੂੰ ਅਨਕੰਫਰਟੇਬਲ ਲੱਗਦਾ ਹੈ ਸਭ ਕੁਝ, ਉਹ ਹੌਲੀ ਹੌਲੀ ਉਹਦਾ ਜਿਹੜਾ ਪ੍ਰੈਸ਼ਰ ਮਾਈਂਡ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਥਿੰਕਿੰਗ ਜਿਹੜੀ ਹੈ, ਕਿਉਂਕਿ ਉਹ ਇੱਕ ਇੱਦਾਂ ਦਾ ਸਿਚੁਏਸ਼ਨ ਲੜਕੀਆਂ ਲਈ ਆ ਜਾਂਦੀ ਹੈ ਕਿ ਉਹ ਉਸ ਚੀਜ਼ ਨੂੰ ਫੇਸ ਹੀ ਨਹੀਂ ਕਰ ਸਕਦੇ, ਉਹ ਕੰਟੀਨਿਊ ਨਹੀਂ ਕਰ ਸਕਦੇ। ਉਹਨਾਂ ਨੂੰ ਲੱਗਦਾ ਹੈ ਕਿ ਇੱਦਾਂ ਦਾ ਲਾਈਫ ਜਿਹੜੀ ਹੈ ਮੈਂ ਲੌਂਗ ਲਾਈਫ ਨਹੀਂ ਜੀ ਸਕਦੀ, ਔਰ ਇਹ ਚੀਜ਼ਾਂ ਜਿਹੜੀਆਂ ਮੇਰੇ ਨਾਲ ਹੋ ਰਹੀਆਂ ਨੇ, ਬਹੁਤ ਸਾਰੇ ਰੀਜ਼ਨਸ ਜਿਹੜੇ ਹੁੰਦੇ ਨੇ ਡਿਵੋਰਸ ਹੋਣੇ ਦੇ, ਉਹ ਸਿਰਫ ਇਹੀ ਹੈ ਕਿ ਛੋਟੀ ਛੋਟੀ ਗੱਲ ਜਿਹੜੀ ਹੈ ਉਹ ਮਾਈਂਡ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਬਹੁਤ ਸਾਰੀ ਐਕਸਪੈਕਟੇਸ਼ਨਸ ਆਪਾਂ ਰੱਖਣੀ ਸ਼ੁਰੂ ਕਰ ਦੇਦੀ ਹੈ ਕਿ ਇੱਦਾਂ ਹੋਣਾ ਚਾਹੀਦਾ ਹੈ, ਬਿਲਕੁਲ ਠੀਕ ਹੋਣਾ ਚਾਹੀਦਾ ਹੈ, ਲੇਕਿਨ ਜਦੋਂ ਉਹ ਅਕੋਰਡਿੰਗ ਨਹੀਂ ਹੋ ਰਿਹਾ ਸਭ ਕੁਝ, ਤਾਂ ਇੱਕ ਬਿਲਕੁਲ ਸਟ੍ਰੈਸ ਨਾਲ, ਮਤਲਬ ਇਰੀਟੇਸ਼ਨ ਹੋਣਾ ਜਾਂ ਬਹੁਤ ਜ਼ਿਆਦਾ ਐਂਗਰ, ਗੁੱਸਾ ਬਹੁਤ ਆਣਾ, ਇਹਦੇ ਨਾਲ ਅੰਦਰੋਂ ਅੰਦਰੀ ਉਹ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਰਿਲੇਸ਼ਨਸ਼ਿਪ ਦੇ ਵਿੱਚ ਕਨਫਲਿਕਟ ਆਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੇ ਕੋਲ ਵੀ ਇਦਾਂ ਦੇ ਕੇਸਿਸ ਆਉਂਦੇ ਹੋਣਗੇ, ਡਿਵੋਰਸ ਦੇ ਨਾਲ ਕੋਈ ਲੜਕੀ ਸਟ੍ਰੈਸ ਦੇ ਵਿੱਚ ਚਲੀ ਗਈ, ਡਿਪਰੈਸ਼ਨ ਦੇ ਵਿੱਚ ਚਲੀ ਗਈ, ਫਿਰ ਉਸ ਨੂੰ ਕਿਵੇਂ ਮੋਟੀਵੇਟ ਕਰਦੇ ਹੋ ਕਿ ਉਹ ਇਸ ਦਰਦ ਤੋਂ ਬਾਹਰ ਆ ਸਕੇ? ਦੇਖੋ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ, ਸਭ ਤੋਂ ਪਹਿਲਾਂ ਤਾਂ ਸਾਨੂੰ ਸੁਣਨਾ ਚਾਹੀਦਾ ਹੈ। ਅੱਜ ਕੱਲ੍ਹ ਕਿਸੇ ਕੋਲ ਟਾਈਮ ਹੀ ਨਹੀਂ ਹੈ ਸੁਣਨੇ ਦਾ।
ਕਿ ਉਹਦੇ ਅੰਦਰ ਹੈ ਕੀ ਹੈ। ਪ੍ਰੋਪਰ ਜਦੋਂ ਆਪਾਂ ਕਿਸੇ ਨੂੰ ਬੈਠ ਕੇ ਧਿਆਨ ਨਾਲ ਸੁਣਦੇ ਹਾਂ, ਉਹ ਆਪਣਾ ਸਾਰਾ ਸਾਨੂੰ ਸ਼ੇਅਰ ਕਰੇਗਾ। ਉਹ ਉਦੋਂ ਹੀ ਸ਼ੇਅਰ ਕਰੇਗੀ ਅਗਰ ਉਹਨੂੰ ਲੱਗੇਗਾ, ਕੰਫਰਟੇਬਲ ਲੱਗੇਗਾ ਕਿ ਤੁਸੀਂ ਉਹਨਾਂ ਨੂੰ ਕੋਈ ਬੈਸਟ ਸੋਲੂਸ਼ਨ ਦੇ ਸਕਦੇ ਹੋ। ਤੁਸੀਂ ਦੇਖੋ ਕਿ ਅੱਜ ਕੱਲ੍ਹ ਮੈਜੋਰਿਟੀ ਅਗਰ ਆਪਾਂ ਵੂਮੈਨਸ ਨੂੰ ਪੁੱਛੀਏ, ਆਪਾਂ ਗੱਲ ਕਰੀਏ ਕਿ ਕਿੱਦਾਂ, ਉਹ ਕਹਿੰਦੇ ਬਸ ਚੱਲ ਰਹੀ ਹੈ ਲਾਈਫ ਚੱਲ ਰਹੀ ਹੈ। ਲੇਕਿਨ ਜਦੋਂ ਇਹ ਚੀਜ਼ਾਂ, ਜਦੋਂ ਆਪਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਹੀਲ ਆਪਾਂ ਕਰਦੇ ਹਾਂ, ਹੀਲ ਵੀ ਸਿਰਫ ਇਨਫੋਰਮੇਸ਼ਨ ਨਾਲ ਹੀ ਹੋਣਾ ਹੈ। ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀਆਂ ਆਪਣੀਆਂ ਨਹੀਂ ਹੈ, ਜਿਹਨੂੰ ਤੁਸੀਂ ਨਾਰਮਲ ਕਹਿ ਰਹੇ ਹੋ। ਨਾਰਮਲ ਇਨ ਦਾ ਸੈਂਸ ਕਿ ਇੱਕ ਕੋਈ ਵੀ ਵੂਮਨ ਹੈ, ਅਗਰ ਉਹ ਕਹਿ ਰਹੀ ਹੈ ਕਿ ਗੁੱਸਾ ਕਰਨਾ ਤੇ ਅੱਜ ਕੱਲ੍ਹ ਨਾਰਮਲ ਹੀ ਹੈ, ਸਾਰੇ ਲੋਕ ਕਰਦੇ ਹੀ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਨਾਰਮਲ ਉਹਨਾਂ ਨੂੰ ਟੈਗ ਦੇ ਦਿੱਤਾ, ਫਿਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਚੇਂਜ ਹੋਣੇ ਦੀ ਜ਼ਰੂਰਤ ਨਹੀਂ ਹੈ। ਸਿਰਫ ਉਹਨਾਂ ਨੂੰ ਰਿਅਲਾਈਜੇਸ਼ਨ ਕਰਵਾਉਣੇ ਦੀ ਜ਼ਰੂਰਤ ਹੈ ਕਿ ਗੁੱਸਾ, ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾਰਮਲ ਹੈ, ਐਕਚੁਅਲ ਦੇ ਵਿੱਚ ਇਹ ਨਾਰਮਲ ਨਹੀਂ ਹੈ। ਨਾਰਮਲ ਕੀ ਹੈ? ਹੈਪੀਨੈਸ ਨਾਰਮਲ ਹੈ, ਹੈਪੀ ਲਾਈਫ ਨਾਰਮਲ ਹੈ। ਜਦੋਂ ਸਾਨੂੰ ਲੱਗਦਾ ਹੈ ਪਤਾ ਇਹ ਚੀਜ਼ਾਂ ਦਾ ਕਿ ਬਹੁਤ ਅੱਛੀ ਲਾਈਫ ਵੀ ਹੈ, ਇੱਥੇ ਸਭ ਕੁਝ ਖਤਮ ਨਹੀਂ ਹੈ, ਬਸ ਤੁਸੀਂ ਉਹਨਾਂ ਨੂੰ ਹੋਪ ਇੱਕ ਦੇਣੀ ਹੈ। ਜਦੋਂ ਹੋਪ ਤੁਸੀਂ ਉਹਨਾਂ ਨੂੰ ਦਿਓਗੇ, ਫਿਰ ਉਹਨਾਂ ਦੇ ਵਿੱਚ ਫਿਰ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਆਪਣੇ ਆਪ ਤੁਸੀਂ ਜਦੋਂ ਦੇਖੋ, ਕਿਸੇ ਨੂੰ ਦੋ ਚੀਜ਼ਾਂ ਦੇਣੇ ਦੀ ਜ਼ਰੂਰਤ ਹੈ। ਇੱਕ ਤਾਂ ਬਹੁਤ ਹੀ ਪਿਓਰ ਐਲੀਵੇਟਡ ਇਨਫੋਰਮੇਸ਼ਨ, ਔਰ ਇੱਕ ਉਹਨੂੰ ਤਾਕਤ ਇੰਪਲੀਮੈਂਟ ਕਰਨੇ ਦੀ। ਜਦੋਂ ਤੁਸੀਂ ਇਹ ਵੂਮੈਨਸ ਨੂੰ ਇਹ ਮਿਲੇਗੀ, ਉਹ ਆਪਣੇ ਆਪ ਇੰਪਾਵਰ ਆਪਣੇ ਮਾਈਂਡ ਨੂੰ ਕਰਨਗੇ। ਜਦੋਂ ਮਾਈਂਡ ਇੰਪਾਵਰ ਹੋਏਗਾ, ਦੇਖੋ ਇੱਕ ਨੈਗੇਟਿਵ ਮਾਈਂਡ ਦੇ ਨਾਲ ਤੁਸੀਂ ਪੋਜ਼ਿਟਿਵ ਲਾਈਫ ਨਹੀਂ ਜੀ ਸਕਦੇ। ਇਸ ਲਈ ਜਦੋਂ ਤੁਸੀਂ ਉਹਨਾਂ ਨੂੰ, ਉਹ ਖੁਦ ਆਪਣੇ ਆਪ ਨੂੰ ਇੰਪਾਵਰ ਕਰਦੇ ਨੇ। ਔਰ ਮੈਂ ਪ੍ਰੈਕਟੀਕਲ ਦੇਖਿਆ ਹੈ ਕਿ 2-3 ਮਹੀਨੇ ਦੇ ਅੰਦਰ ਜਦੋਂ ਰੈਗੂਲਰ ਤੁਸੀਂ ਟਾਕ ਹੁੰਦੀ ਹੈ ਪੋਜ਼ਿਟਿਵ, ਉਸ ਤੋਂ ਬਾਅਦ ਉਹਨਾਂ ਦੇ ਵਿੱਚ ਬਹੁਤ ਵੱਡਾ ਪੋਜ਼ਿਟਿਵ ਚੇਂਜ ਆਪਣੇ ਆਪ ਆਉਂਦਾ ਹੈ। ਕਿਉਂਕਿ ਉਹ ਜਿਹੜੀ ਇਨਟੇਕ ਕੰਜ਼ਿਊਮ ਕਰ ਰਹੇ ਨੇ ਇਨਫੋਰਮੇਸ਼ਨ, ਉਹ ਬਹੁਤ ਪਿਓਰ ਔਰ ਐਲੀਵੇਟਡ ਥਾਟਸ ਨੇ। ਜਦੋਂ ਕਿਸੇ ਔਰਤ ਨੂੰ ਕਹਿਣਾ ਹੋਵੇ ਕਿ ਤੂੰ ਡਿਪਰੈਸ਼ਨ ਫ੍ਰੀ ਰਹਿ, ਤੂੰ ਕੰਮ ਤੇ ਵੀ ਜਾਨੀ ਹੈ, ਘਰੇ ਆ ਕੇ ਵੀ ਕੰਮ ਕਰਦੀ ਹੈ, ਫਿਰ ਸਵੇਰ ਨੂੰ ਕੰਮ ਤੇ ਜਾਣਾ ਹੁੰਦਾ ਹੈ, ਟੱਬਰ ਵੀ ਸਾਰਾ ਸਾਂਭਣਾ ਹੁੰਦਾ ਹੈ, ਬਹੁਤ ਟੈਨਸ਼ਨ 'ਚ ਰਹਿੰਦੀ ਹੈ, ਤੂੰ ਥੋੜਾ ਰਿਲੈਕਸ ਫੀਲ ਕਰ। ਕੋਈ ਥੈਰੇਪੀਜ਼, ਕੋਈ ਮੈਡੀਟੇਸ਼ਨ ਦੇ ਤਰੀਕੇ ਜੋ ਕਰਨ ਤੇ ਸਟ੍ਰੈਸ ਫ੍ਰੀ, ਆਰਾਮ ਨਾਲ ਡਿਪਰੈਸ਼ਨ ਤੋਂ ਦੂਰ ਹੋ ਕੇ ਥੋੜੀ ਦੇਰ ਦੇ ਲਈ ਆਪਣਾ ਆਪ ਕੱਢ ਸਕਣ। ਉਹ ਤਾਂ ਸਿੰਪਲ ਹੈ। ਅਗਰ ਆਪਾਂ ਇਹਦਾ ਪ੍ਰੋਸੈਸ ਦੇਖੀਏ ਤੇ 4 ਤਰੀਕੇ ਦੇ ਨਾਲ ਇਹਨੂੰ ਆਪਾਂ ਦੇਖ ਸਕਦੇ। ਸਾਨੂੰ ਪਹਿਲਾਂ ਸਮਝਣਾ ਪਏਗਾ ਕਿ ਤੁਸੀਂ ਕਿਸ ਸਟੇਜ ਦੇ ਉੱਪਰ ਹੋ। ਫਸਟ ਸਟੇਜ ਜਿਹੜੀ ਹੈ ਉਹਨੂੰ ਆਪਾਂ ਕਹੀਦਾ ਹੈ ਨਿਊਟਰਲ ਜਾਂ ਨੈਚੁਰਲ ਥਾਟਸ। ਮਤਲਬ ਤੁਸੀਂ ਬ੍ਰੇਕਫਾਸਟ ਕਰਨਾ, ਇੱਦਾਂ ਦੀਆਂ ਗੱਲਾਂ ਕਰ ਰਹੇ ਹੋ, ਇਹਦਾ ਮਤਲਬ ਇਹ ਨੈਚੁਰਲ ਥਾਟ ਨੇ, ਇਹਦੇ ਵਿੱਚ ਕੁਝ ਨਹੀਂ ਹੈ, ਇਹ ਤੁਸੀਂ ਕ੍ਰੀਏਟ ਕਰ ਸਕਦੇ ਹੋ। ਸੈਕਿੰਡ ਸਟੇਜ ਜਿਹੜੀ ਹੁੰਦੀ ਹੈ ਉਹ ਹੁੰਦੀ ਵੇਸਟ ਥਾਟ। ਜਦੋਂ ਤੁਸੀਂ ਚਿੰਤਾ ਹੀ ਕਰਦੇ ਰਹਿੰਦੇ ਹੋ ਆਪਣੇ ਪਾਸਟ ਦੀ ਕਿ ਮੈਂ ਇੱਦਾਂ ਹੋ ਗਿਆ ਮੇਰੇ ਨਾਲ, ਜਾਂ ਤੁਸੀਂ ਫਿਊਚਰ ਦੀ ਚਿੰਤਾ ਕਰਦੇ ਹੋ। ਨਾ ਪਾਸਟ ਹੈ ਨਾ ਫਿਊਚਰ ਸਾਡੇ ਕੰਟਰੋਲ 'ਚ ਨਹੀਂ ਹੈ। ਇਹਨੂੰ ਆਪਾਂ ਕਹੀਦਾ ਵੇਸਟ ਥਾਟ ਸਾਡੇ ਅੰਦਰ ਚੱਲ ਰਹੇ ਨੇ। ਇਸ ਤੋਂ ਅੱਗੇ ਚੱਲੀਏ ਨੈਗੇਟਿਵ ਥਾਟ। ਨੈਗੇਟਿਵ ਥਾਟ ਜਿੱਦਾਂ ਅੱਜ ਤੁਸੀਂ ਦੇਖਿਆ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਜਿਹੜਾ ਹੈ, ਉਹਨਾਂ ਨੂੰ ਜੋ ਵੀ ਉਹ ਕਰ ਰਹੇ ਨੇ, ਉਹ ਕਹਿੰਦੇ ਕਿ ਮੈਨੂੰ ਸਟ੍ਰੈਸ ਹੈ। ਦੂਜੀ ਵੂਮਨ ਕਹਿ ਰਹੀ ਹੈ ਕਿ ਮੈਨੂੰ ਤੁਹਾਡੇ ਤੋਂ ਜ਼ਿਆਦਾ ਸਟ੍ਰੈਸ ਹੈ। ਉਹ ਕਹਿ ਰਹੇ ਕਿ ਜਿਹੜਾ ਜ਼ਿਆਦਾ ਸਟ੍ਰੈਸਫੁਲ ਹੈ ਉਹ ਜ਼ਿਆਦਾ ਸਕਸੈਸਫੁਲ ਹੈ। ਇਹ ਨਹੀਂ ਹੈ। ਔਰ ਜਿਹੜੇ ਵੇਸਟ ਥਾਟ ਨੇ ਉਹ ਹੁੰਦੇ ਜਦੋਂ ਆਪਾਂ ਪਾਸਟ ਦੇ ਬਾਰੇ ਔਰ ਫਿਊਚਰ ਦੇ ਬਾਰੇ ਆਪਾਂ ਸੋਚਦੇ ਜ਼ਿਆਦਾ ਹੈ, ਉਹ ਵੇਸਟ ਥਾਟ ਨੇ, ਕਿਉਂਕਿ ਨਾ ਪਾਸਟ ਸਾਡੇ ਕੰਟਰੋਲ 'ਚ ਹੈ ਨਾ ਫਿਊਚਰ ਸਾਡੇ ਕੰਟਰੋਲ 'ਚ ਹੈ। ਔਰ ਜਿਹੜਾ ਇਸ ਤੋਂ ਅੱਗੇ ਨੈਗੇਟਿਵ ਥਾਟਸ ਨੇ, ਉਹ ਨੈਗੇਟਿਵ ਥਾਟਸ ਚੱਲਦੇ ਨੇ ਛੋਟੀ ਛੋਟੀ ਗੱਲਾਂ ਤੋਂ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤਾ ਹੈ ਕਿ ਮੇਰੀ ਪੋਸਟ ਨੂੰ 5 ਲਾਈਕ ਮਿਲੇ ਨੇ, ਕਿਸੇ ਦੀ ਨੂੰ 10 ਮਿਲੇ ਨੇ। ਔਰ ਜਾਂ ਅਸੀਂ ਫੇਸਬੁੱਕ ਦੇ ਉੱਪਰ ਦੇਖਦੇ ਹਾਂ ਕਿ ਕਿਸੇ ਦੀ ਫੋਟੋਗ੍ਰਾਫਸ ਦੇਖਣੇ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਲਾਈਫ ਕਿੰਨੀ ਅੱਛੀ ਹੈ। ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਫ ਉਹ ਉੱਥੇ ਦਿਖਾ ਰਹੇ ਐਕਚੁਅਲ ਦੇ ਵਿੱਚ ਉੱਦਾਂ ਦੀ ਉਹਨਾਂ ਦੀ ਲਾਈਫ, ਇਹਦੀ ਸਾਨੂੰ ਪ੍ਰੋਪਰ ਨੌਲੇਜ ਨਹੀਂ ਹੈ। ਉਹਨਾਂ ਨੇ ਜਿਹੜੀ ਲੜਾਈ ਕਰਨੀ ਉਹ ਤੇ ਪੋਸਟ ਨਹੀਂ ਸ਼ੇਅਰ ਕਰਨੀ ਹੈ। ਇਹਦਾ ਛੋਟੀ ਛੋਟੀ ਗੱਲਾਂ ਤੋਂ ਜਦੋਂ ਹੁੰਦਾ ਹੈ, ਪਹਿਲਾਂ ਸਾਨੂੰ ਅਪਰੂਵਲ ਜਿਹੜਾ ਚਾਹੀਦਾ ਸੀਗਾ ਨੀਅਰ ਡੀਅਰਸ ਤੋਂ ਅਸੀਂ ਲੈਂਦੇ ਸੀ ਕਿ ਅਸੀਂ ਕੀ ਕਰ ਰਹੇ ਹਾਂ। ਹੁਣ ਜਿਹੜਾ ਹੈ ਅਪਰੂਵਲ ਸਾਨੂੰ ਆਨਲਾਈਨ ਅਸੀਂ ਲੈ ਰਹੇ ਹਾਂ ਕਿ ਜੇ ਸਾਨੂੰ ਬਾਰ-ਬਾਰ ਸਾਨੂੰ ਜਿਹੜਾ ਹੈ ਸਾਡਾ ਮਾਈਂਡ ਰੋ ਰਿਹਾ ਹੈ, ਬਾਰ-ਬਾਰ ਉਹ ਦੇਖ ਰਿਹਾ ਹੈ ਕਿ ਮੈਨੂੰ ਲੋਕ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ, ਉਹ ਚੀਜ਼ਾਂ ਦੇ ਨਾਲ ਜ਼ਿਆਦਾ ਜਿਹੜੀ ਦਿੱਕਤ ਹੈ ਉਹ ਨੈਗੇਟਿਵ ਥਾਟ ਉਹਦੇ ਵਿੱਚ ਚੱਲਦੇ ਨੇ। ਔਰ ਅਗਰ ਵਾਕਈ ਇਸ ਤੋਂ ਬਾਹਰ ਆਉਣਾ ਹੈ ਤਾਂ ਸਾਨੂੰ ਵੈਰੀ ਪਿਓਰ ਔਰ ਐਲੀਵੇਟਡ ਥਾਟ ਜਿਹੜੇ ਨੇ, ਪੋਜ਼ਿਟਿਵ ਥਾਟ ਜਿਹੜੇ ਨੇ, ਉਹ ਸਾਨੂੰ ਦੇਖਣਾ ਪਏਗਾ। ਜਿਸ ਤਰ੍ਹਾਂ ਸਾਨੂੰ ਬਾਡੀ ਠੀਕ ਰੱਖਣੇ ਦੇ ਲਈ ਆਪਾਂ ਨੂੰ ਅੱਛੀ ਡਾਈਟ ਐਕਸਰਸਾਈਜ਼ ਚਾਹੀਦੀ, ਇਸੇ ਤਰ੍ਹਾਂ ਮਾਈਂਡ ਨੂੰ ਠੀਕ ਰੱਖਣੇ ਲਈ ਜਿਹੜੀ ਡਾਈਟ ਹੈ ਉਹ ਹੈ ਇੱਕ ਬਹੁਤ ਅੱਛੀ ਜਿਹੜੀ ਪਿਓਰ ਇਨਫੋਰਮੇਸ਼ਨ ਹੈ ਉਹ ਆਪਾਂ ਕੰਜ਼ਿਊਮ ਕਰਨੀ। ਜਿਸ ਤਰ੍ਹਾਂ ਹੈਪੀਨੈਸ ਦੀ ਇਨਫੋਰਮੇਸ਼ਨ ਹੈ,
ਜਾਂ ਯੂਨਿਟੀ ਦੀ ਹੈ, ਕੰਪੈਸ਼ਨ ਦੀ ਹੈ, ਲਵ ਦੀ ਹੈ, ਰਿਲੇਸ਼ਨਸ਼ਿਪ ਦੇ ਵਿੱਚ ਹਾਰਮਨੀ ਦੀ ਹੈ, ਇਹ ਸਾਰਾ ਕੰਟੈਂਟ ਅਗਰ ਤੁਸੀਂ ਕੰਜ਼ਿਊਮ ਕਰਦੇ ਹੋ ਇਨਫੋਰਮੇਸ਼ਨ ਦੇ ਵਿੱਚ, ਸਵੇਰੇ ਜਾਂ ਈਵਨਿੰਗ ਨੂੰ ਤੁਸੀਂ ਪੜ੍ਹਦੇ ਹੋ ਇਹਨੂੰ, ਉਹਦੇ ਨਾਲ ਆਪਣੇ ਆਪ ਜਿਹੜਾ ਚੇਂਜਸ ਹੈ, ਥਾਟ ਚੇਂਜ ਹੋਣੇ ਸ਼ੁਰੂ ਹੋ ਜਾਣਗੇ, ਉਹਦੇ ਨਾਲ ਫੀਲ ਅੱਛਾ ਹੋਣਾ ਸ਼ੁਰੂ ਹੋ ਜਾਏਗਾ ਔਰ ਨਾਲ ਹੀ ਐਟੀਟਿਊਡ ਚੇਂਜ ਹੋ ਜਾਏਗਾ ਔਰ ਜਿਹੜੀ ਬਾਹਰ ਐਕਟੀਵਿਟੀ, ਐਕਸ਼ਨ ਔਰ ਪਰਸਨੈਲਿਟੀ ਔਰ ਡੈਸਟੀਨੀ ਹੈ ਉਹ ਆਪਣੇ ਆਪ ਚੇਂਜ ਹੋ ਜਾਏਗੀ। ਇਹ ਵੀ ਫਿਰ ਇਹਦੇ ਚੋਂ ਤੁਹਾਡੇ ਜਵਾਬ ਚੋਂ ਇੱਕ ਸਵਾਲ ਵੀ ਨਿਕਲਦਾ ਹੈ, ਜਵਾਬ ਕਹਿ ਲਓ ਜਾਂ ਤਾਂ ਫਿਰ ਕਿ ਔਰਤਾਂ ਨੂੰ ਆਪਣੇ ਆਪ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ। ਆਪਣੇ ਆਪ ਲਈ ਸਮਾਂ ਨਹੀਂ ਕੱਢਦੀਆਂ, ਆਪਣੇ ਆਪ ਨੂੰ ਸਕੂਨ ਦੇਣ ਦੇ ਲਈ, ਆਪਣੀ ਤਸੱਲੀ ਦੇ ਲਈ, ਆਪਣੇ ਮਨੋਰੰਜਨ ਦੇ ਲਈ ਧਿਆਨ ਘੱਟ ਹੈ, ਦੂਜੇ ਕੰਮਾਂ 'ਚ ਜ਼ਿਆਦਾ। ਬਿਲਕੁਲ, ਉਹਨਾਂ ਨੂੰ ਲੱਗਦਾ ਹੈ ਕਿ ਟਾਈਮ ਨਹੀਂ ਹੈ ਮੇਰੇ ਕੋਲ, ਚਾਹੇ ਉਹ ਹਾਊਸ ਵਾਈਫਸ ਨੇ, ਚਾਹੇ ਉਹ ਵਰਕਿੰਗ ਵੂਮੈਨਸ ਨੇ, ਉਹਨਾਂ ਨੂੰ ਲੱਗਦਾ ਕਿ ਟਾਈਮ ਨਹੀਂ ਹੈ। ਲੇਕਿਨ ਟਾਈਮ ਦੀ ਗੱਲ ਇਹ ਨਹੀਂ ਹੈ, ਦੇਖੋ ਟਾਈਮ ਦਾ ਵੀ ਇੱਕ ਐਟੀਟਿਊਡ ਸਾਡਾ ਹੈ ਟਾਈਮ ਦੇ ਉੱਤੇ ਲੈ ਕੇ। ਇੱਕ ਜਿਹੜੀ ਲੇਡੀ ਹੈ ਉਹ 18 ਘੰਟੇ ਕੰਮ ਕਰਦੀ ਹੈ, ਉਸ ਤੋਂ ਬਾਅਦ ਵੀ ਉਹ ਬਹੁਤ ਲਾਈਟ ਹੈ। ਇੱਕ ਲੇਡੀ ਹੈ ਉਹ ਕੁਝ ਵੀ ਨਹੀਂ, ਉਹਨੂੰ ਕੰਮ ਨਹੀਂ ਹੈ, ਲੇਕਿਨ ਉਹਨੂੰ ਲੱਗਦਾ ਹੈ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਇਹ ਇੱਕ ਐਟੀਟਿਊਡ ਹੈ ਟਾਈਮ ਦੇ ਪ੍ਰਤੀ ਕਿ ਆਪਾਂ ਕਿੱਦਾਂ ਟਾਈਮ ਦੇ ਪ੍ਰਤੀ ਸੋਚਦੇ ਹਾਂ। ਟਾਈਮ ਸਾਰਿਆਂ ਦੇ ਕੋਲ ਇਕੁਅਲ ਹੈ, ਲੇਕਿਨ ਇੱਕ ਬੰਦਾ 18 ਘੰਟੇ ਕੰਮ ਕਰਨੇ ਤੋਂ ਬਾਅਦ ਵੀ ਲਾਈਟ ਹੈ, ਉਹ ਕਹਿੰਦਾ ਹੋਰ ਮੈਨੂੰ ਦੱਸੋ ਕੀ ਕਰਨਾ ਹੈ। ਔਰ ਇੱਕ ਜਿਹੜੀ ਵੂਮਨ ਹੈ ਉਹ ਕਹਿ ਰਹੀ ਹੈ ਕਿ ਮੇਰੇ ਕੋਲ ਕੁਝ ਵੀ ਨਹੀਂ ਕੰਮ ਹੈ ਕਰਨੇ ਨੂੰ, ਲੇਕਿਨ ਉਹ ਕਹਿ ਰਹੇ ਕਿ ਮੈਂ ਬਹੁਤ ਬਿਜ਼ੀ ਹਾਂ। ਨਾ ਉਹਨਾਂ ਲਈ ਆਪਣੇ ਲਈ ਟਾਈਮ ਹੈ, ਨਾ ਆਪਣੇ ਫੈਮਿਲੀ ਲਈ ਟਾਈਮ ਹੈ, ਜਾਂ ਲਾਈਫ 'ਚ ਜੋ ਉਸ ਲੇਡੀ ਨੇ ਕਰਨਾ ਹੈ, ਉਸ ਵੂਮਨ ਨੇ, ਨਾ ਉਹ ਕਰਨੇ ਲਈ ਉਹਦੇ ਕੋਲ ਟਾਈਮ ਹੈ, ਤੇ ਫਿਰ ਟਾਈਮ ਸਾਡੇ ਕੋਲ ਕਿਸ ਲਈ ਹੈ? ਇਹਦਾ ਬਹੁਤ ਅੱਛਾ ਸਾਨੂੰ ਤਰੀਕੇ ਨਾਲ ਸੋਚਣਾ ਪਏਗਾ। ਇਹ ਸਾਰੇ ਥਾਟਸ ਇਸੇ ਲਈ ਆਉਂਦੇ ਨੇ ਕਿਉਂਕਿ ਸਾਨੂੰ ਸਾਡੇ ਜਿਹੜੀ ਇਨਫੋਰਮੇਸ਼ਨ ਹੈ ਉਹ ਬਹੁਤ ਆਪਾਂ ਗਲਤ ਤਰੀਕੇ ਦੀ ਕੰਜ਼ਿਊਮ ਕਰ ਰਹੇ ਹਾਂ। ਫੈਮਿਲੀ ਮੈਂਬਰਸ ਦਾ ਵੀ ਬਹੁਤ ਸਹਿਯੋਗ ਹੋ ਜਾਂਦਾ। ਇੱਕ ਹਸਬੈਂਡ ਨੂੰ ਵੀ ਚਾਹੀਦਾ ਕਿ ਜੇ ਉਹਦੀ ਵਾਈਫ ਡਿਪਰੈਸ਼ਨ 'ਚ ਹੈ ਜਾਂ 24 ਘੰਟੇ ਘਰ ਦਾ ਸੋਚਦੀ ਹੈ, ਮੈਂ ਵੀ ਉਹਦੇ ਲਈ ਟਾਈਮ ਕੱਢਾਂ। ਸੱਸ ਸਹੁਰੇ ਨੂੰ ਵੀ ਚਾਹੀਦਾ ਹੈ, ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਅਸੀਂ ਸਮਝਿਆ ਹੈ ਕਿ ਚਲੋ ਇੱਕ ਔਰਤ ਹੈ ਤੇ ਚਲੋ ਜੀ ਮਸ਼ੀਨ ਆ। ਫੈਮਿਲੀ ਦੀ ਸਪੋਰਟ ਵੀ ਬਿਲਕੁਲ। ਦੇਖੋ ਜਿਹੜਾ ਕੰਮ ਇੱਕ ਵੂਮਨ ਕਰ ਸਕਦੀ ਹੈ ਉਹ ਤਾਂ ਬਹੁਤ ਰਿਸਪੈਕਟਫੁਲ ਹੈ, ਉਹ ਤਾਂ ਕੋਈ ਹੋਰ ਕਰ ਹੀ ਨਹੀਂ ਸਕਦਾ। ਉਹ ਆਪਾਂ ਕੰਪੈਰੀਜ਼ਨ ਮੈਨ ਜਾਂ ਵੂਮਨ ਨਾਲ ਨਹੀਂ ਕਰ ਸਕਦੇ, ਉਹ ਕੰਪੈਰੀਜ਼ਨ ਹੈ ਹੀ ਨਹੀਂ ਹੈ, ਕਿਉਂਕਿ ਜੋ ਉਹਨਾਂ ਦੀ ਜਿਹੜਾ ਵੈਲਿਊ ਹੈ ਇੱਕ ਵੂਮਨ ਦੀ, ਉਹ ਤਾਂ ਬਹੁਤ ਜ਼ਿਆਦਾ ਉੱਚੀ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਉਹ ਸਾਰਾ ਦਿਨ ਸਰਵ ਕਰਦੇ ਹੈ ਔਰ ਆਪਣੇ ਲਈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੈ। ਇਹਦਾ ਮਤਲਬ ਇਹੀ ਹੈ, ਸਿਰਫ ਇੱਕ ਜਿਹੜੀ ਐਕਸਪੈਕਟੇਸ਼ਨਸ ਰੱਖਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਨਾਲ, ਉਹ ਉੱਥੇ ਜਾ ਕੇ ਇੱਕ ਜਿਹੜਾ ਬਹੁਤ ਜ਼ਿਆਦਾ ਕਨਫਲਿਕਟ ਸ਼ੁਰੂ ਹੋ ਜਾਂਦਾ ਹੈ ਰਿਲੇਸ਼ਨਸ਼ਿਪ ਦੇ ਵਿੱਚ। ਬਸ ਇਸ ਚੀਜ਼ ਦੇ ਉੱਪਰ ਕੰਮ ਕਰਨਾ ਹੈ ਕਿ ਉਹਨਾਂ ਨੂੰ ਕਿਸੇ ਦੇ ਕੋਲ ਜਿਹੜਾ ਹੈ ਉਹ ਆਪਣੇ ਆਪ ਨੂੰ ਇੱਦਾਂ ਦੇ ਬਣਾਉਣ, ਜਿਹੜੀ ਇੱਦਾਂ ਦੀ ਆਇਡੈਂਟੀਟੀ ਬਣੇ ਕਿ ਉਹ ਘਰ ਵਿੱਚ ਐਗਜ਼ਾਮਪਲ ਬਣ ਜਾਣ, ਉਹਨਾਂ ਨੂੰ ਦੇਖ ਕੇ ਇੰਸਪਾਇਰ ਹੋ ਕੇ ਲੋਕ ਚੇਂਜ ਹੋਣ। ਨਾ ਕਿ ਅਗਰ ਘਰ ਦੇ ਵਿੱਚ ਸਾਰੇ ਲੋਕ ਉਹਨਾਂ ਦੇ ਉੱਪਰ ਕੋਈ ਗੁੱਸੇ ਨਾਲ ਬੋਲ ਰਿਹਾ ਹੈ, ਕੋਈ ਗਲਤ ਸ਼ਬਦ ਬੋਲ ਰਿਹਾ ਹੈ, ਉਹਨੂੰ ਲੈ ਕੇ ਦੁਖੀ ਨਹੀਂ ਹੋਣਾ ਹੈ, ਉਹਨੂੰ ਟਰਾਂਸਫਾਰਮ ਕਰ ਦੇਣਾ ਹੈ ਸ਼ਬਦ ਨੂੰ। ਉਹਨੂੰ ਟਰਾਂਸਫਾਰਮ ਕਰਕੇ ਉਹਨਾਂ ਨੂੰ ਲੱਗਣਾ ਚਾਹੀਦਾ ਹੈ ਕਿ ਇਹ ਜਿੱਦਾਂ ਆਪਾਂ ਕਿਸੇ ਦੀ ਫਿਜ਼ੀਕਲ ਬਾਡੀ 'ਚ ਕੋਈ ਬਿਮਾਰੀ ਹੈ, ਆਪਾਂ ਜਦੋਂ ਉਹਨੂੰ ਦੇਖਦੇ ਹਾਂ ਆਪਾਂ ਕੀ ਕਹੀਦਾ ਕਿ ਇਹਨੂੰ ਜਲਦੀ ਠੀਕ ਹੋਏ। ਇੱਦਾਂ ਹੀ ਜਦੋਂ ਤੁਹਾਡੇ ਨਾਲ ਕੋਈ ਗਲਤ ਤਰੀਕੇ ਨਾਲ ਗੱਲ ਕਰਦਾ ਹੈ ਫੈਮਿਲੀ ਦੇ ਵਿੱਚ, ਤੇ ਵੂਮਨ ਨੂੰ ਸੋਚਣਾ ਚਾਹੀਦਾ ਹੈ ਕਿ ਇਹਨੂੰ ਵੀ ਇੱਕ ਬਿਮਾਰੀ ਹੈ, ਮੈਂਟਲ ਬਿਮਾਰੀ ਹੈ, ਉਹਦੇ ਪ੍ਰਤੀ ਵੀ ਉਹਨੂੰ ਸੋਚਣਾ ਚਾਹੀਦਾ ਹੈ ਕਿ ਇਹ ਹੌਲੀ ਹੌਲੀ ਠੀਕ ਹੋ ਜਾਏਗਾ। ਉਸ ਤਰੀਕੇ ਦੇ ਨਾਲ ਉਹਨੂੰ ਟਰੀਟ ਕਰਨਾ ਚਾਹੀਦਾ। ਜਦੋਂ ਉਹਨਾਂ ਨੂੰ ਲੱਗੇਗਾ ਕਿ 4 ਲੋਕ ਮੈਂਟਲੀ ਬਿਮਾਰ ਨੇ ਮੇਰੇ ਘਰ ਦੇ ਵਿੱਚ, ਇਹਨਾਂ ਨੂੰ ਮੈਂ ਠੀਕ ਕਰਨਾ ਹੈ, ਉਹ ਮੈਂ ਠੀਕ ਕਿੱਦਾਂ ਕਰਨਾ ਹੈ, ਉਹ ਸਾਰੀਆਂ ਹੈਬਿਟਸ ਜਿਹੜੀਆਂ ਉਹਨੂੰ ਚੇਂਜ ਕਰਨਾ ਹੈ। ਤੇ ਇਹ ਬਹੁਤ ਇੰਪੋਰਟੈਂਟ ਹੈ। ਉਹ ਰੋਲ ਮਾਡਲ ਬਣ ਸਕਦੇ ਹੈ, ਨਾ ਕਿ ਆਪਾਂ ਵੀ ਉਹਨਾਂ ਵਰਗੇ ਬਣਨਾ ਹੈ। ਆਪਾਂ ਉਸ ਬਿਮਾਰੀ ਨੂੰ ਸਮਝਣਾ ਹੈ ਕਿ ਅਗਰ ਕੋਈ ਬਹੁਤ ਜ਼ਿਆਦਾ ਚਲਾ ਰਿਹਾ ਤੁਹਾਡੇ ਉੱਤੇ, ਤੁਸੀਂ ਸੋਚਣਾ ਇਹ ਤਾਂ ਬਹੁਤ ਜ਼ਿਆਦਾ ਬਿਮਾਰ ਹੈ, ਇਹਨੂੰ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਹੈਂਡਲ ਕਰਨਾ ਹੈ। ਜਦੋਂ ਤੁਸੀਂ ਇਹ ਨਹੀਂ ਸੋਚ ਕੇ ਕਹੋਗੇ ਇਹ ਮੈਨੂੰ ਇੱਦਾਂ ਗਲਤ ਕਹਿ ਰਿਹਾ ਹੈ, ਐਕਚੁਅਲ ਦੇ ਵਿੱਚ ਉਹ ਤੁਹਾਨੂੰ ਨਹੀਂ ਕਹਿ ਰਿਹਾ ਹੈ, ਐਕਚੁਅਲ ਦੇ ਵਿੱਚ ਉਹ ਇਨਸਾਨ ਜਿਹੜਾ ਹੈ ਉਹ ਆਪਣਾ ਪ੍ਰੈਜ਼ੈਂਟ ਤੁਹਾਨੂੰ ਕਰ ਰਿਹਾ ਹੈ ਕਿ ਮੈਂ ਕੀ ਹੈ। ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਬਹੁਤ ਸਾਰੇ ਏਰੀਆਜ਼ ਦੇ ਵਿੱਚ ਤੁਸੀਂ ਦੇਖੋ ਕਿ ਲੋਕ ਕਹਿ ਰਹੇ ਕਿ ਤੁਸੀਂ ਅੱਜ ਵੀ ਜਿਹੜਾ ਹੈ ਤੁਸੀਂ ਬਹੁਤ ਜ਼ਿਆਦਾ ਉਹ ਕਢਵਾਉਂਦੇ ਨੇ ਝੁੰਡ, ਉਹ ਕੱਢ ਕੇ ਰੱਖਦੀਆਂ ਨੇ, ਉਹਨਾਂ ਦੀ ਜ਼ਰੂਰਤ ਨਹੀਂ ਹੈ। ਹੁਣ ਜਿਹੜੀ ਚੀਜ਼ ਹੈ, ਜਿਸ ਬੰਦੇ ਦੀ ਨਜ਼ਰ ਠੀਕ ਨਹੀਂ ਹੈ, ਉਹਨੂੰ ਆਪਣੀ ਨਜ਼ਰ ਠੀਕ ਕਰਨੇ ਦੀ ਜ਼ਰੂਰਤ ਹੈ। ਕਹਿਣੇ ਦਾ ਮਤਲਬ ਕੀ ਹੈ ਕਿ ਇੱਦਾਂ ਦਾ ਅਗਰ ਰਿਫਾਰਮ ਜਿਹੜਾ ਵੂਮਨਸ ਲੈ ਕੇ ਆ ਸਕਦੀਆਂ ਨੇ, ਕਿਉਂਕਿ ਉਹ ਬੱਚਿਆਂ ਨੂੰ ਵੀ ਕੇਅਰ ਕਰਦੀਆਂ ਨੇ, ਪੂਰੀ ਫੈਮਿਲੀ ਨੂੰ ਵੀ ਕੇਅਰ ਕਰਦੀਆਂ ਨੇ, ਜੋ ਉਹ ਚੇਂਜ ਪਰਿਵਾਰ ਦੇ ਵਿੱਚ ਲਿਆ ਸਕਦੀ ਹੈ ਉਹ ਹੋਰ ਕੋਈ ਪਰਸਨ ਉਹ ਨਹੀਂ ਕਰ ਸਕਦਾ। ਇੱਕ ਔਰਤਾਂ ਦੇ ਵਿੱਚ ਡਿਪਰੈਸ਼ਨ ਦਾ ਕਾਰਨ ਸ਼ਾਇਦ ਇਹ ਵੀ ਹੋ ਜਾਂਦਾ ਹੈ ਕਿ ਪਲਟ ਕੇ ਜਵਾਬ ਨਾ ਦੇਣਾ, ਕਿਉਂਕਿ
ਮਾਪੇ ਕਹਿ ਦਿੰਦੇ ਨੇ ਕੁੜੀਆਂ ਮੂਹਰੇ ਜਵਾਬ ਨਹੀਂ ਦਿੰਦੀਆਂ ਸਹੁਰਿਆਂ ਦੇ ਘਰ ਜਾ ਕੇ, ਹਾਂਜੀ। ਹਨਾ, ਆਪਣੀ ਦਿਲ ਦੀ ਗੱਲ ਨੂੰ ਖੁੱਲ ਕੇ ਨਾ ਕਰਨਾ ਵੀ ਤਾਂ ਡਿਪਰੈਸ਼ਨ ਦਾ ਕਾਰਨ ਹੈ। ਉਹ ਚਾਹੇ ਮਰਦ ਵੀ ਹੋਣ, ਹਾਂਜੀ। ਜਦੋਂ ਆਪਾਂ ਖੁੱਲ ਕੇ ਦਿਲ ਦੀ ਗੱਲ ਨਹੀਂ ਕਰਦੇ ਉਹ ਵੀ ਸਟ੍ਰੈਸ ਲੈਵਲ ਵਧਾਉਂਦਾ ਹੈ ਤੁਹਾਡਾ। ਹਾਂਜੀ ਹਾਂਜੀ, ਉਹ ਤਾਂ ਬਿਲਕੁਲ, ਉਹ ਤਾਂ ਸਟ੍ਰੈਸ ਲੈਵਲ ਜਦੋਂ ਤੁਸੀਂ ਹਰ ਚੀਜ਼ ਨੂੰ ਅੰਦਰ ਹੀ ਰੱਖੋਗੇ, ਹਰ ਚੀਜ਼ ਤੁਸੀਂ ਸੋਚ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਹੋ ਰਹੀ ਹੈ, ਫਿਰ ਵੀ ਤੁਸੀਂ ਉਹਨੂੰ ਦੇਖ ਰਹੇ ਹੋ, ਉਹਨੂੰ ਤੁਸੀਂ ਅੰਦਰ ਫੇਸ ਕਰ ਰਹੇ ਹੋ, ਉਹ ਹੌਲੀ 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 ਕਰਕੇ ਜਿਹੜਾ ਹੈ ਤੁਸੀਂ, ਉਹ ਤੁਹਾਡੇ ਅੰਦਰ ਇੱਕ ਬਹੁਤ ਵੱਡੀ ਬਿਮਾਰੀ ਦਾ ਰੂਪ ਉਹ ਬਣ ਜਾਂਦਾ ਹੈ, ਕਿਉਂਕਿ ਤੁਸੀਂ ਉਹਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ, ਔਰ ਸ਼ੇਅਰ ਵੀ ਕਰ ਰਹੇ ਹੋ ਤਾਂ ਕੋਈ ਸਮਝ ਨਹੀਂ ਰਿਹਾ ਹੁੰਦਾ ਉਸ ਟਾਈਮ। ਸਾਨੂੰ ਲੱਗਦਾ ਹੈ ਕਿ ਕੋਈ ਵੀ ਮੈਨੂੰ ਨਹੀਂ ਸਮਝ ਰਿਹਾ ਹੈ, ਔਰ ਜੋ ਮੈਂ ਸੋਚ ਰਿਹਾ ਉਹ ਸਭ ਨੂੰ ਗਲਤ ਲੱਗ ਰਿਹਾ ਹੈ। ਐਕਚੁਅਲ ਦੇ ਵਿੱਚ ਕੀ ਹੈ ਕਿ ਉਹ ਜਿਹੜਾ ਐਕਸਟਰਨਲ ਵਰਲਡ ਨੂੰ ਜਿਹੜਾ ਬਲੇਮ ਕਰਨਾ ਹੈ, ਉਹਨੂੰ ਆਪਾਂ ਨੂੰ, ਉਹ ਵੂਮਨ ਅਗਰ ਬੰਦ ਕਰ ਦੇ ਤਾਂ ਉਹ ਇੰਨੀ ਸਟਰੋਂਗ ਹੈ, ਕਿਉਂਕਿ ਦੇਖੋ ਇੱਕ ਇੰਨੀ ਕ੍ਰੀਏਟਿਵ ਪਾਵਰ ਆਲਰੇਡੀ ਉਹ ਕੇਅਰ ਕਰ ਰਹੀ ਹੈ ਆਪਣੇ ਬੱਚਿਆਂ ਦੀ, ਆਪਣੀ ਫੈਮਿਲੀ ਦੀ, ਔਰ ਸਵੇਰੇ ਜਦੋਂ ਉਹਨਾਂ ਨੂੰ ਬ੍ਰੇਕਫਾਸਟ ਦਿੰਦੀ ਹੈ, ਬੱਚਿਆਂ ਨੂੰ ਸਭ ਦਿੰਦੀ ਹੈ, ਉਹ ਬਹੁਤ ਜਿਹੜਾ ਹੈ ਸਟੇਬਲ ਮਾਈਂਡ ਨਾਲ ਉਹਨੂੰ ਬਣਾਉਂਦੀ ਹੈ ਪਿਆਰ ਦੇ ਨਾਲ। ਜਦੋਂ ਇੱਦਾਂ ਹੀ ਉਹਨਾਂ ਦੀ ਕੋਈ ਵੀ ਗੱਲ ਆਉਂਦੀ ਹੈ, ਉਹਦੇ ਕੋਲ ਤਰੀਕਾ ਇੱਕੋ ਹੀ ਹੋਣਾ ਚਾਹੀਦਾ ਹੈ। ਅਗਰ ਉਹਦੀ ਫੈਮਿਲੀ 'ਚੋਂ ਕੋਈ ਗੱਲ ਨਹੀਂ ਸੁਣ ਰਿਹਾ ਤੇ ਉਹ ਪਿਆਰ ਨਾਲ ਉਹਨੂੰ ਸਮਝਾਏ, ਅਗਰ ਉਹ ਫੇਰ ਨਹੀਂ ਉਹਦੀ ਗੱਲ ਸਮਝ ਰਿਹਾ, ਸੈਕਿੰਡ ਤਰੀਕਾ ਹੋਣਾ ਚਾਹੀਦਾ, ਉਹ ਵੀ ਪਿਆਰ ਦੇ ਨਾਲ। ਅਗਰ ਫੇਰ ਵੀ ਉਹਦੀ ਕੋਈ ਗੱਲ ਨਹੀਂ ਸਮਝ ਰਿਹਾ ਤੇ ਤੀਸਰਾ ਤਰੀਕਾ ਫਿਰ ਪਿਆਰ ਦੇ ਨਾਲ ਸਮਝਾਣਾ, ਮਤਲਬ ਹੋਰ ਕੋਈ ਤਰੀਕਾ ਹੋਣਾ ਨਹੀਂ ਚਾਹੀਦਾ। ਜਦੋਂ ਤੁਸੀਂ ਦੇਖੋਗੇ ਕਿ ਕਿੱਡਾ ਵੱਡਾ ਪੋਜ਼ਿਟਿਵ ਚੇਂਜ ਆਏਗਾ, ਇਹ ਸਿਰਫ ਤੁਹਾਡਾ ਨਜ਼ਰੀਆ ਹੈ ਜੀ। ਇੱਕ ਔਰਤ ਹੈ ਜਿਹਦੇ ਕੋਲ ਬਹੁਤ ਛੋਟੀ ਛੋਟੀ ਸਿਚੁਏਸ਼ਨਸ ਨੇ, ਬਹੁਤ ਛੋਟੀ ਛੋਟੀਆਂ ਪ੍ਰੋਬਲਮਸ ਨੇ, ਲੇਕਿਨ ਉਹਦੇ ਜਿਹੜਾ ਮਾਈਂਡ ਸੈਟਅਪ ਹੈ ਉਹ ਬਿਲਕੁਲ ਖਰਾਬ ਹੈ। ਇੱਕ ਔਰਤ ਇੱਦਾਂ ਦੀ ਹੈ, ਇੱਕ ਵੂਮਨ ਸੈਕਿੰਡ, ਜਿਹੜੀ ਆਪਾਂ ਸੈਕਿੰਡ ਨੂੰ ਦੇਖੀਏ, ਉਹਦੇ ਵਿੱਚ ਇੰਨੀਆਂ ਪ੍ਰੋਬਲਮਸ ਨੇ ਘਰ ਦੇ ਵਿੱਚ, ਤੁਸੀਂ ਸੋਚ ਵੀ ਨਹੀਂ ਸਕਦੇ। ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਘਰ ਦੇ ਵਿੱਚ, ਕਿੰਨੀਆਂ ਉਹਨਾਂ ਨੂੰ ਖੁਦ ਪ੍ਰੋਬਲਮਸ ਹੈ, ਕਿੰਨੀ ਫਾਈਨੈਂਸ਼ੀਅਲ ਕ੍ਰਾਈਸਿਸ ਨੇ, ਬਹੁਤ ਕੁਝ ਹੈ। ਲੇਕਿਨ ਜਦੋਂ ਤੁਸੀਂ ਉਸ ਵੂਮਨ ਨਾਲ ਗੱਲ ਕਰੋ ਕਿ ਤੁਸੀਂ ਕਿੱਦਾਂ ਹੋ, ਉਹ ਕਹੇਗੀ ਟੌਪ ਆਫ ਦਾ ਵਰਲਡ। ਮਤਲਬ ਕਹਿਣੇ ਦਾ ਮਤਲਬ ਕੀ ਹੈ ਕਿ ਉਹਦਾ ਮਾਈਂਡ ਇੰਨਾ ਸਟਰੋਂਗ ਹੈ, ਉਹਦੀ ਇਮਿਊਨਿਟੀ ਜਿਹੜੀ ਇਮੋਸ਼ਨਲ ਇੰਨੀ ਸਟਰੋਂਗ ਹੈ ਕਿ ਉਹਦੇ ਲਈ ਕੁਝ ਵੀ ਬਾਹਰਲੀ ਸਿਚੁਏਸ਼ਨ ਆਉਂਦੀਆਂ ਨੇ ਔਰ ਚਲੇ ਜਾਂਦੀਆਂ ਨੇ, ਉਹਨੂੰ ਪਤਾ ਵੀ ਨਹੀਂ ਲੱਗਦਾ ਹੈ। ਇਸ ਪੋਜੀਸ਼ਨ ਤੇ ਆਪਾਂ ਪਹੁੰਚਣਾ ਹੈ ਕਿ ਜਦੋਂ ਬਾਹਰ ਇੰਟਰਨਲ ਵਰਲਡ ਜਿਹੜਾ ਐਕਸਟਰਨਲ ਵਰਲਡ ਹੈ ਉਹ 'ਚ ਕੁਝ ਵੀ ਹੋਏ, ਇੰਟਰਨਲ ਜਿਹੜਾ ਤੁਹਾਡਾ ਹੈ ਉਹ ਬਿਲਕੁਲ ਪੀਸ, ਹੈਪੀਨੈਸ, ਲਵ, ਇਹ ਹਾਰਮਨੀ ਰਿਲੇਸ਼ਨਸ਼ਿਪ, ਇਹ ਡਿਸਟਰਬ ਨਹੀਂ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਤੇ ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ। ਜਾਂਦੇ ਹੋਏ ਕੋਈ ਮੈਸੇਜ ਜੋ ਤੁਸੀਂ ਦੇਣਾ ਚਾਹੋ? ਮੈਸੇਜ ਸਭ ਤੋਂ ਇੰਪੋਰਟੈਂਟ ਇਹ ਹੈ, ਅਗਰ ਆਪਾਂ ਇਨਰ ਜਿਹੜੀ ਕੈਮਿਸਟਰੀ ਨੂੰ ਦੇਖੀਏ, ਇੱਕ ਮੈਂ ਬਹੁਤ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਬ੍ਰੇਨ ਹੈ, ਉਹ ਬ੍ਰੇਨ ਦੇ ਵਿੱਚ ਇੱਕ ਸੈੱਲ ਹੁੰਦੇ ਨੇ ਜਿਹੜੀਆਂ ਸਾਡੀਆਂ ਹੈਬਿਟਸ ਬਣਾਉਂਦੇ ਨੇ, ਨਿਊਰੋਨ ਉਹਨੂੰ ਕਹਿੰਦੇ ਨੇ। ਨਿਊਰੋਨ ਜਿਹੜੇ ਸੈਲਸ ਨੇ ਉਹ ਸਾਡੀਆਂ ਹੈਬਿਟਸ ਨੂੰ ਕ੍ਰੀਏਟ ਕਰਦੇ ਨੇ। ਤੇ ਅੱਜ ਤੁਸੀਂ ਦੇਖੋ ਕਿ ਇੱਕ ਜਿਹੜਾ ਇਨਸਾਨ ਹੈ, ਇਹਨੂੰ ਆਪਾਂ ਕ੍ਰੀਏਟ ਕਿੱਦਾਂ ਕਰਨਾ ਹੈ। ਇਹ ਸਾਡਾ, ਤੁਸੀਂ ਦੇਖੋ ਕਿ ਤੁਸੀਂ ਸਵੇਰੇ ਉੱਠਦੇ ਹੋ, ਤੁਸੀਂ ਕਾਰ ਡਰਾਈਵ ਕਰਨ ਲੱਗਦੇ ਹੋ, ਆਟੋਮੈਟਿਕ ਕਿੱਦਾਂ ਸਭ ਕੁਝ ਹੋ ਜਾਂਦਾ ਹੈ, ਤੁਸੀਂ ਉਹਦੇ ਲਈ ਕੋਈ ਐਫਰਟ ਨਹੀਂ ਕਰਦੇ, ਤੁਹਾਡਾ ਬ੍ਰੇਨ ਆਟੋਮੈਟਿਕ ਗਾਈਡ ਕਰਦਾ ਹੈ ਕਿ ਤੁਸੀਂ ਕਿੱਦਾਂ ਕਰੋ। ਇਸ ਨਿਊਰੋਨ ਜਿਹੜਾ ਸਿਸਟਮ ਹੈ, ਇਹਨੂੰ ਨਿਊਰਲ ਪਾਥਵੇ ਕਹਿੰਦੇ ਨੇ, ਇਹ ਆਪਾਂ ਕ੍ਰੀਏਟ ਕਰਨਾ ਪਏਗਾ। ਇਹ ਕ੍ਰੀਏਟ ਕਿੱਦਾਂ ਹੋਏਗਾ? ਜਦੋਂ ਸਾਡਾ ਮਾਈਂਡ ਜਿਹੜਾ ਹੈ ਉਹ ਬਿਲਕੁਲ, ਤੁਸੀਂ ਚੈੱਕ ਕਰਨਾ ਹੈ ਕਿ ਉਹ ਬਿਲਕੁਲ ਪੋਜ਼ਿਟਿਵ ਥਾਟ ਜਿਹੜੇ ਨੇ ਜਦੋਂ ਉਹ 'ਚ ਕ੍ਰੀਏਟ ਹੋਣੇ ਸ਼ੁਰੂ ਹੋ ਜਾਣਗੇ, ਉਹ ਆਪਣੇ ਆਪ ਤੁਸੀਂ ਦੇਖੋਗੇ ਕਿ ਇੱਦਾਂ ਦੇ ਨਿਊਰਲ ਪਾਥਵੇਜ਼ ਤੁਹਾਡੇ ਅੰਦਰ ਕ੍ਰੀਏਟ ਹੋ ਜਾਣਗੇ ਕਿ ਛੋਟੀ ਛੋਟੀ ਨਹੀਂ, ਵੱਡੀ ਵੱਡੀ ਮੁਸ਼ਕਿਲ ਵੀ ਤੁਹਾਨੂੰ ਜਿਹੜੀ ਹੈ ਉਹ ਤੁਹਾਨੂੰ ਦਿਖੇਗੀ ਵੀ ਨਹੀਂ ਕਿ ਤੁਹਾਡੀ ਲਾਈਫ ਕਦੋਂ ਆਈ ਔਰ ਕਦੋਂ ਚਲੀ ਗਈ ਹੈ। ਸਪੈਸ਼ਲੀ ਜਿਹੜਾ ਹੈ, ਅਗਰ ਇਹ ਵੂਮਨ, ਅਗਰ ਇਹ ਵਾਕਿਆ ਹੀ ਆਪਣੇ ਆਪ ਨੂੰ ਇੰਪਾਵਰ ਕਰਨ ਤੇ ਉਹ ਬੱਚਿਆਂ ਨੂੰ ਵੀ ਔਰ ਜੈਂਟਸ ਨੂੰ ਵੀ, ਹਰ ਬੰਦੇ ਲਈ ਇੱਕ ਬਹੁਤ ਵੱਡਾ ਐਗਜ਼ਾਮਪਲਸ ਬਣ ਸਕਦੀਆਂ ਨੇ ਔਰ ਬਹੁਤ ਕੁਝ ਉਹ ਕ੍ਰੀਏਟ ਕਰ ਸਕਦੇ ਨੇ। ਜੀ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਆਪਣੇ ਡਿਪਰੈਸ਼ਨ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰੋ, ਔਰ ਜੇ ਤੁਹਾਡੇ ਖਿਲਾਫ ਕੋਈ ਬਾਰ-ਬਾਰ ਕੁਝ ਕਰਦਾ ਹੈ ਤਾਂ ਇਹ ਸਮਝੋ ਕਿ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਹੈ। ਮੈਂ ਮੋਰਿਓ ਦੁਖੀ ਨਹੀਂ ਹੋਣਾ, ਖਪਣਾ ਨਹੀਂ, ਮੈਂ ਆਪਣੀ ਮੈਂਟਲ ਹੈਲਥ ਖਰਾਬ ਨਹੀਂ ਕਰਨੀ, ਮੈਂ ਹਰ ਫੈਸਲਾ ਖੂਬ ਲੈਣਾ ਹੈ, ਬਖੂਬੀ ਲੈਣਾ ਹੈ। ਜੇ ਘਰ ਦੀਆਂ, ਪਰਿਵਾਰ ਦੀਆਂ ਕੋਈ ਚਿੰਤਾਵਾਂ ਹੁੰਦੀਆਂ ਨੇ, ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਵੰਡੋ, ਕਿਉਂਕਿ ਜੇ ਔਰਤ ਹੀ ਮਾਨਸਿਕ ਤੌਰ ਤੇ ਬਿਮਾਰ ਹੋਏਗੀ ਤੇ ਘਰ ਨਹੀਂ ਚੱਲੇਗਾ, ਕਿਉਂਕਿ ਘਰ ਜਿਹੜਾ ਹੈ
ਜਿਹੜੇ ਮਰਦ ਤੇ ਔਰਤ ਦੋ ਪਹੀਏ ਨੇ ਗੱਡੀ ਦੇ ਉਹਨਾਂ ਦੇ ਨਾਲ ਬਰਾਬਰ ਚੱਲਦਾ ਹੈ, ਪਰ ਔਰਤ ਕੀ ਕਹਿੰਦੇ ਨੇ ਬਾਹਰਲਾ ਵੀ ਸਾਂਭਦੀ ਹੈ ਤੇ ਜਦੋਂ ਘਰ ਦਾ ਵੀ ਸਾਂਭਦੀ ਹੈ ਤੇ ਫਿਰ ਨਾਲ ਕਦੇ ਆਪਣੇ ਮਰਦ ਨੂੰ ਵੀ ਸਾਂਭਦੀ ਹੈ, ਆਪਣੇ ਬੇਟੇ ਨੂੰ ਵੀ ਸਾਂਭਦੀ ਹੈ, ਆਪਣੇ ਬੱਚਿਆਂ ਨੂੰ ਵੀ ਸਾਂਭਦੀ ਹੈ। ਸੋ ਜੇ ਤੁਹਾਡੀ ਹੈਲਥ ਅੱਛੀ ਰਹੇਗੀ ਤਾਂ ਹੀ ਤੁਹਾਡੇ ਪਰਿਵਾਰ ਦੀ ਹੈਲਥ ਅੱਛੀ ਰਹੇਗੀ। ਕਦੇ ਵੀ ਆਪਣੇ ਤੇ ਡਿਪਰੈਸ਼ਨ ਨਾ ਆਉਣ ਦਿਓ। ਤੇ ਅੱਜ ਦਾ ਸਾਡਾ ਵਿਸ਼ਾ ਔਰਤਾਂ ਦੇ ਵਿੱਚ ਡਿਪਰੈਸ਼ਨ ਦੇ ਉੱਤੇ ਅਸੀਂ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਤਿ ਸ਼੍ਰੀ ਅਕਾਲ।